जी आਇਆਂ ਨੂੰ ਪਿਆਰੇ ਵਿਦਿਆਰਥੀਓ 8th ਕਲਾਸ ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 15 ਸਮ ਨੈਚੁਰਲ ਫਿਨੋਮੀਨਾ ਅਰਥਾਤ ਕੁਝ ਕੁਦਰਤੀ ਵਰਤਾਰੇ। ਇਹਦੇ ਨੋਟਸ ਕੀਵਰਡਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਤੇ ਇਸ ਚੈਪਟਰ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ। ਸੋ ਇਸ ਵੀਡੀਓ ਵਿੱਚ ਅਸੀਂ ਭਾਗ ਪਹਿਲਾ ਕਰਾਂਗੇ ਪਾਰਟ 1, ਜਿਹਦੇ ਵਿੱਚ ਜੋ ਬਿਜਲੀ ਲਿਸ਼ਕਦੀ ਹੈ ਲਾਈਟਨਿੰਗ ਤੇ ਸਟੈਟਿਕ ਇਲੈਕਟ੍ਰਿਸਿਟੀ ਉਹਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਉਹਦੇ ਜੋ ਸਿਧਾਂਤ ਨੇ ਉਹ ਤੁਹਾਨੂੰ ਸਮਝਾਏ ਜਾਣਗੇ। ਦੇ ਵਿਲ ਬੀ ਐਕਸਪਲੇਨ ਟੂ ਯੂ ਇਨ ਡਿਟੇਲ। ਸੋ ਪਲੀਜ਼ ਬੀ ਰੈਡੀ ਵਿਦ ਯੋਰ ਨੋਟਬੁੱਕਸ ਐਂਡ ਪੈਨ ਤੇ ਵੀਡੀਓ ਨੂੰ ਪੌਜ਼ ਕਰਕੇ ਐਜ਼ ਐਂਡ ਵੈਨ ਰਿਕੁਆਇਰਡ ਕੀਪ ਨੋਟਿੰਗ ਡਾਊਨ ਦੀ ਲਾਈਨਸ ਸੈਂਟੈਂਸਿਸ ਵਿਚ ਅਪੀਅਰ ਔਨ ਦਾ ਸਕਰੀਨ। ਉਹ ਸਾਰੇ ਸੈਂਟੈਂਸਿਸ ਨੂੰ ਸੰਖੇਪ ਕਰਕੇ ਸੰਕੋਚ ਕੇ ਵਧੀਆ ਕਰਕੇ ਰੀਫਰੇਜ਼ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ। ਸੋ ਇਹ ਜਿਹੜੇ ਵੀਡੀਓਜ਼ ਨੇ ਤੁਹਾਡੀ ਪੂਰੀ ਕਿਤਾਬ ਦਾ ਜੋ ਚੈਪਟਰ ਹੈ ਸਾਰਾ ਚੰਗੀ ਤਰ੍ਹਾਂ ਪੂਰਾ ਕਵਰ ਕਰ ਲੈਣਗੇ। ਸੋ ਵੀਡੀਓ ਨੂੰ ਪਹਿਲੇ ਚੰਗੀ ਤਰ੍ਹਾਂ ਸੁਣੋ, ਧਿਆਨ ਦੇ ਨਾਲ ਨੋਟਸ ਬਣਾਓ ਤੇ ਉਸ ਤੋਂ ਬਾਅਦ ਆਪਣੀ ਕਿਤਾਬ ਦਾ ਚੈਪਟਰ ਵੀ ਜ਼ਰੂਰ ਪੜ੍ਹੋ। ਇਹਦਾ ਫਾਇਦਾ ਹੋਏਗਾ, ਤੁਹਾਨੂੰ ਇੱਕ ਰੀਡਿੰਗ ਦਾ ਸ਼ੌਕ ਪਏਗਾ ਤੇ ਤੁਸੀਂ ਦੇਖੋਗੇ ਕਿ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਚੈਪਟਰ ਪੜ੍ਹੋਗੇ ਤੁਹਾਨੂੰ ਉਹ ਚੈਪਟਰ ਬਹੁਤ ਆਸਾਨੀ ਦੇ ਨਾਲ ਸਮਝ ਆ ਜਾਏਗਾ। ਨਾਲ ਜਿਹੜੇ ਕੋਈ ਔਖੇ ਸ਼ਬਦ ਆਉਂਦੇ ਨੇ ਮੈਂ ਉਹਦੇ ਮਤਲਬ ਵੀ ਦੱਸੀ ਜਾਵਾਂਗਾ, ਉਹ ਵੀ ਤੁਸੀਂ ਬ੍ਰੈਕਟ ਵਿੱਚ ਨਾਲ ਪੰਜਾਬੀ 'ਚ ਨੋਟ ਕਰੀ ਜਾਣੇ ਨੇ, ਠੀਕ ਹੈ। ਸੋ ਆਓ ਸ਼ੁਰੂ ਕਰੀਏ। ਚਾਰਜਡ objects which acquire a charge when rubbed with each other are known as charged objects। ਉਹ ਵਸਤੂਆਂ ਜਿਨ੍ਹਾਂ ਨੂੰ ਰਗੜ ਕੇ ਉਹਨਾਂ ਤੇ ਕੋਈ ਚਾਰਜ ਆ ਜਾਵੇ, ਮਤਲਬ ਚਾਰਜ ਦੋ ਕਿਸਮ ਦੇ ਹੁੰਦੇ, ਇੱਕ ਹੁੰਦਾ ਪੋਜ਼ੀਟਿਵ ਚਾਰਜ, ਇੱਕ ਹੁੰਦਾ ਨੈਗੇਟਿਵ ਚਾਰਜ। ਜਦੋਂ ਉਹ 'ਤੇ ਨੈਗੇਟਿਵ ਜਾਂ ਪੋਜ਼ੀਟਿਵ ਚਾਰਜ ਆ ਜਾਏ ਤੇ ਅਸੀਂ ਉਹਨੂੰ ਕਹਿੰਦੇ ਹਾਂ ਇਟ ਇਜ਼ ਅ ਚਾਰਜਡ ਆਬਜੈਕਟ। ਜਿਹੜਾ ਆਬਜੈਕਟ ਚਾਰਜ ਨਹੀਂ ਹੁੰਦਾ ਉਹਨੂੰ ਕਿਹਾ ਜਾਂਦਾ ਹੈ ਨਿਊਟਰਲ ਆਬਜੈਕਟ। ਨਿਊਟਰਲ ਮਾਨੇ ਉਹ 'ਚ ਨਾ ਪੋਜ਼ੀਟਿਵ ਹੈਗਾ ਨਾ ਨੈਗੇਟਿਵ ਹੈਗਾ, ਦੋਨੋਂ ਆਪਸ ਵਿੱਚ ਬਰਾਬਰ ਹੈਗੇ ਨੇ, ਮਤਲਬ ਜਿੰਨੇ ਪੋਜ਼ੀਟਿਵ ਨੇ ਉਨੇ ਨੈਗੇਟਿਵ ਨੇ, ਤਾਂ ਨਿਊਟਰਲ ਹੋ ਗਿਆ। ਤੇ ਜਦੋਂ ਰਗੜਿਆ ਜਾਂਦਾ ਹੈ ਤੇ ਕਿਸੇ ਇੱਕ ਦੇ ਵਿੱਚ ਦੋ ਦਾ ਵਿੱਚੋਂ ਇੱਕ 'ਚ ਪੋਜ਼ੀਟਿਵ ਚਾਰਜ ਆ ਜਾਂਦਾ, ਇੱਕ ਵਿੱਚ ਨੈਗੇਟਿਵ ਚਾਰਜ ਆ ਜਾਂਦਾ, ਠੀਕ ਹੈ। ਆ ਪਲਾਸਟਿਕ ਰੀਫਿਲ, ਜਿੱਦਾਂ ਹੁਣ ਪੈਨ ਹੈਗਾ, ਤੁਸੀਂ ਉਹਦਾ ਪੁਰਾਣਾ ਰੀਫਿਲ ਕੱਢੋ ਜਾਂ ਜਿਹੜਾ ਵਰਤ ਰਹੇ ਹੋ ਉਹ ਵੀ ਰੀਫਿਲ ਕੱਢੋ। ਆ ਪਲਾਸਟਿਕ ਰੀਫਿਲ ਐਕਵਾਇਰਸ ਅ ਸਮਾਲ ਚਾਰਜ ਵੈਨ ਰਬਡ ਵਿਦ ਪੋਲੀਥੀਨ। ਉਹਦੇ ਇੱਕ ਸਿਰੇ ਨੂੰ ਤੁਸੀਂ ਪੋਲੀਥੀਨ ਦੇ ਨਾਲ ਰਗੜੋ ਤੇ ਉਹ ਰੀਫਿਲ ਦੇ ਉੱਤੇ ਚਾਰਜ ਆ ਜਾਏਗਾ। ਇਸੀ ਤਰ੍ਹਾਂ ਆ ਪਲਾਸਟਿਕ ਕੋਂਬ ਆਲਸੋ ਐਕਵਾਇਰਸ ਅ ਸਮਾਲ ਚਾਰਜ ਵੈਨ ਇਟ ਇਜ਼ ਰਬਡ ਵਿਦ ਡਰਾਈ ਹੇਅਰ। ਕੇਸਾਂ ਦੇ ਵਿੱਚ ਜਦੋਂ ਕੇਸ ਵਿੱਚ ਤੇਲ ਜ਼ਿਆਦਾ ਨਹੀਂ ਲੱਗਾ ਹੋਵੇ ਤੁਸੀਂ ਉੱਤੇ ਕੰਘੀ ਵਾਓ 4-5 ਵਾਰ ਤੇ ਅਖਬਾਰ ਦੇ ਜਾਂ ਕਿਸੇ ਪੁਰਾਣੇ ਕਾਗਜ਼ ਦੇ ਨਿੱਕੇ ਨਿੱਕੇ ਟੁਕੜੇ ਟੇਬਲ 'ਤੇ ਰੱਖ ਦਿਓ ਤੇ ਥੋੜ੍ਹੇ ਜਿਹੇ ਸੈਂਟੀਮੀਟਰ ਉੱਪਰ ਕਰਕੇ ਕੰਘੀ ਵਾਹ ਕੇ ਤੁਸੀਂ ਉਹ ਕੰਘੀ ਨੂੰ ਨਾ ਪਲਾਸਟਿਕ ਦੀ ਨੂੰ ਉਹ ਪੇਪਰਾਂ ਦੇ ਉੱਤੇ ਲਿਆਓ। ਤੁਸੀਂ ਦੇਖੋਗੇ ਪੇਪਰ ਉੱਪਰ ਚੱਕੇ ਜਾਣਗੇ, ਉਹ ਕੌਮ ਦੇ ਨਾਲ ਚਿੰਬੜ ਜਾਣਗੇ। ਕਿਉਂਕਿ ਹੁਣ ਕੌਮ ਜਿਹੜੀ ਉਹ ਚਾਰਜਡ ਹੋ ਗਈ। ਇਹ ਪਲਾਸਟਿਕ ਦੀ ਕੌਮ ਸੁੱਕੇ ਵਾਲਾਂ 'ਤੇ ਜਦੋਂ ਤੁਸੀਂ ਰਗੜੋਗੇ ਤੇ ਉਹ ਵੀ ਚਾਰਜ ਹੋ ਜਾਂਦੀ ਹੈ, ਠੀਕ ਹੈ। ਇਨ ਦੀ ਪ੍ਰੋਸੈਸ ਆਫ ਚਾਰਜਿੰਗ ਦੀ ਰੀਫਿਲ ਐਂਡ ਦੀ ਪਲਾਸਟਿਕ ਕੌਮ, ਮਤਲਬ ਕਿ ਜਦੋਂ ਚਾਰਜਿੰਗ ਕਰ ਰਹੇ ਸੀ ਰੀਫਿਲ ਨੂੰ ਜਾਂ ਪਲਾਸਟਿਕ ਕੌਮ ਨੂੰ, ਪੋਲੀਥੀਨ ਐਂਡ ਹੇਅਰ ਆਲਸੋ ਗੈਟ ਚਾਰਜਡ। ਇਹ ਦੋਨਾਂ ਦਾ ਚਾਰਜ ਵੱਖਰਾ ਵੱਖਰਾ ਆ ਜਾਏਗਾ। ਜਿਹੜਾ ਚਾਰਜ ਪਲਾਸਟਿਕ ਰੀਫਿਲ 'ਤੇ ਆਏਗਾ ਉਹਦਾ ਆਪੋਜ਼ਿਟ ਚਾਰਜ ਪੋਲੀਥੀਨ 'ਤੇ ਆਏਗਾ। ਜਿਹੜਾ ਚਾਰਜ ਕੌਂਬ 'ਤੇ ਪਲਾਸਟਿਕ ਦੀ ਕੰਘੀ 'ਤੇ ਆਏਗਾ ਉਹਦਾ ਆਪੋਜ਼ਿਟ ਚਾਰਜ ਜਿਹੜਾ ਹੈ ਉਹ ਸੁੱਕੇ ਕੇਸਾਂ ਉੱਤੇ ਆਏਗਾ, ਠੀਕ ਹੈ। ਇਸੇ ਤਰ੍ਹਾਂ ਹੋਰ ਉਦਾਹਰਨ ਲਈ ਗਲਾਸ ਰੋਡ, ਗਲਾਸ ਦੀ ਇੱਕ ਸ਼ੀਸ਼ੇ ਦੀ ਜਿਹੜੀ ਰੋਡ ਹੁੰਦੀ ਹੈ ਉਹ ਲੈ ਲਓ, ਗਲਾਸ ਰੋਡ ਐਂਡ ਸਿਲਕ ਦਾ ਕੱਪੜਾ ਲੈ ਲਓ, ਇਹਨਾਂ ਨੂੰ ਚੰਗੀ ਤਰ੍ਹਾਂ ਰਗੜੋ। ਦੇ ਆਲਸੋ ਗੈਟ ਚਾਰਜਡ ਵੈਨ ਰਬ ਟੂਗੈਦਰ। ਬੈਲੂਨ, ਤੁਸੀਂ ਗੁਬਾਰਾ ਲਓ, ਫੁਲਾ ਲਓ ਰਬੜ ਦਾ, ਉਹਨੂੰ ਆਪਣੀ ਕਮੀਜ਼ ਦੇ ਉੱਤੇ ਜਿਹੜੀ ਤੁਹਾਡੀ ਵੂਲਨ ਜਾਂ ਐਕਰਾਈਲਿਕ ਦੀ ਹੋਏਗੀ ਉੱਤੇ ਰਗੜੋ ਚੰਗੀ ਤਰ੍ਹਾਂ ਤੇ ਫਿਰ ਕੰਨ ਦੇ ਨਾਲ ਚਿਪਕਾ ਦਿਓ ਤੇ ਚਿੰਬੜ ਜਾਏਗਾ। ਕਿਉਂਕਿ ਬੈਲੂਨ ਜਿਹੜਾ ਗੁਬਾਰਾ ਉਹ ਚਾਰਜਡ ਹੋ ਗਿਆ ਤੇ ਉਹਨੇ ਦੀਵਾਰ ਨੂੰ ਅਟਰੈਕਟ ਕਰ ਲਿਆ ਤੇ ਉਹ ਨਾਲ ਚਿੰਬੜ ਗਿਆ। ਸੋ ਬੈਲੂਨ ਗੈਟਸ ਚਾਰਜਡ ਔਨ ਰਬਿੰਗ ਵਿਦ ਵੂਲਨ ਕਲੋਥ। ਇਹ ਸਾਰੇ ਐਕਸਪੈਰੀਮੈਂਟ ਤੁਸੀਂ ਬੈਲੂਨ ਦਾ ਤੇ ਬੜੇ ਆਰਾਮ ਦੇ ਨਾਲ ਆਪਣੇ ਘਰ ਤੁਸੀਂ ਕਰ ਸਕਦੇ ਹੋ ਤੇ ਰੀਫਿਲ ਦਾ ਤੇ ਪੋਲੀਥੀਨ ਦਾ ਵੀ ਆਪਣੇ ਘਰ ਤੁਸੀਂ ਕਰ ਸਕਦੇ ਹੋ। ਕੰਘੀ ਦਾ ਤੇ ਸੁੱਕੇ ਕੇਸਾਂ ਦਾ ਵੀ ਕਰ ਸਕਦੇ ਹੋ। ਗਲਾਸ ਰੋਡ ਹੋ ਸਕਦਾ ਤੁਹਾਡੇ ਕੋਲ ਨਾ ਪਈ ਹੋਵੇ, ਪਰ ਜੇ ਗਲਾਸ ਰੋਡ ਹੋਵੇ ਕਿਤੇ ਗੋਲਦਾਰ ਹੈ ਨਾ, ਕੋਈ ਟੁਕੜਾ ਪਿਆ ਹੋਵੇ ਤੇ ਉਹਨੂੰ ਸਿਲਕ ਨਾਲ ਰਗੜ ਕੇ ਵੀ ਤੁਸੀਂ ਇਹ ਤਜਰਬਾ ਆਪ ਕਰ ਸਕਦੇ ਹੋ, ਠੀਕ ਹੈ। ਯੂ ਕੈਨ ਟਰਾਈ ਦਿਸ ਯੋਰਸੈਲਫ। ਅੱਗੇ ਚਲੀਏ। ਕਨਵੈਨਸ਼ਨਲੀ ਹੁੰਦਾ ਮਤਲਬ ਬੱਚਿਓ ਪਰੰਪਰਾਗਤ ਤਰੀਕੇ ਨਾਲ। ਜਦੋਂ ਤੋਂ ਇਹ ਪੁਰਾਣੇ ਸਾਇੰਸਦਾਨਾਂ ਨੇ ਇਹ ਖੋਜਾਂ ਕੀਤੀਆਂ ਤੇ ਉਹਨਾਂ ਨੇ ਕੁਝ ਉਹਨਾਂ ਨੂੰ ਚਾਰਜ ਦਾ ਨਾਂ ਦੇ ਦਿੱਤਾ, ਠੀਕ ਹੈ, ਪੋਜ਼ੀਟਿਵ ਨੈਗੇਟਿਵ। ਤੇ ਕਨਵੈਨਸ਼ਨਲੀ ਪਰੰਪਰਾਗਤ ਤਰੀਕੇ ਦੇ ਨਾਲ ਇਹਨੂੰ ਇੱਦਾਂ ਮੰਨਿਆ ਗਿਆ
ਕੀ ਮੰਨਿਆ ਗਿਆ ਕਿ ਦੀ ਚਾਰਜ ਐਕਵਾਇਰਡ ਬਾਈ ਅ ਗਲਾਸ ਰੋਡ ਵੈਨ ਇਟ ਇਜ਼ ਰਬਡ ਵਿਦ ਸਿਲਕ ਇਜ਼ ਟੇਕਨ ਐਜ਼ ਪੋਜ਼ਿਟਿਵ। ਇਹ ਮੰਨ ਲਈ ਗੱਲ। ਜਿਵੇਂ ਅਸੀਂ ਕੋਡੀ ਆਪਣੀ ਜਿਓਮੈਟਰੀ 'ਚ ਪੜ੍ਹਦੇ ਹਾਂ, ਕਹਿੰਦੇ ਆ ਵੀ ਇਹ ਜਿਹੜੀ ਵਰਟੀਕਲ ਲਾਈਨ ਹੈ ਉਹਨੂੰ ਵਾਈ ਐਕਸਿਸ ਕਹਿੰਦੇ ਆ ਤੇ ਹੌਰੀਜ਼ੌਂਟਲ ਲਾਈਨ ਨੂੰ ਅਸੀਂ ਐਕਸ ਐਕਸਿਸ ਕਹਿੰਦੇ ਆ। ਇਹ ਕੀ ਹੈਗਾ? ਇਟਸ ਅ ਕਨਵੈਨਸ਼ਨ। ਠੀਕ ਹੈ, ਇਸੇ ਤਰ੍ਹਾਂ ਇਹ ਕਨਵੈਨਸ਼ਨ ਮੰਨ ਲਈ ਗਈ। ਸਾਰੇ ਵਿਦਵਾਨਾਂ ਨੇ, ਵਿਚਾਰਵਾਨਾਂ ਨੇ ਇਹ ਗੱਲ ਤੇ ਸਹਿਮਤ ਹੋ ਗਏ ਵੀ ਜਦੋਂ ਗਲਾਸ ਨੂੰ ਤੇ ਸਿਲਕ ਨੂੰ ਰਗੜਿਆ ਜਾਏਗਾ ਤੇ ਜਿਹੜਾ ਚਾਰਜ ਗਲਾਸ ਤੇ ਆਏਗਾ ਉਹਦਾ ਨਾਂ ਹੋਏਗਾ ਪੋਜ਼ਿਟਿਵ ਚਾਰਜ, ਤੇ ਜਿਹੜਾ ਚਾਰਜ ਸਿਲਕ ਉੱਤੇ ਆਏਗਾ ਉਹਦਾ ਨਾਂ ਹੋਏਗਾ ਨੈਗੇਟਿਵ ਚਾਰਜ। ਠੀਕ ਹੈ, ਸੋ ਗਲਾਸ ਰੋਡ will be taken as positive charge. The other kind of charge acquired by silk is said to be negative. ਇਹ ਦੋ ਕਿਸਮ ਦੇ ਚਾਰਜ ਹੁੰਦੇ ਨੇ, ਪੋਜ਼ਿਟਿਵ ਐਂਡ ਨੈਗੇਟਿਵ। ਠੀਕ ਹੈ, ਹੁਣ ਕਹਿੰਦੇ ਇਲੈਕਟ੍ਰਿਕ ਚਾਰਜ ਇਨ ਮੋਸ਼ਨ but the electrical charge is generated by rubbing electric current is charge in motion। ਜਿਹੜਾ ਬੱਚਿਓ ਜਿਹੜੀ ਇਹ ਬਿਜਲੀ ਹੈ, ਜਿਹੜਾ ਕਰੰਟ ਚੱਲ ਰਿਹਾ ਹੈ, ਇਹ ਕੀ ਹੈਗਾ? ਦਿਸ ਇਜ਼ ਆਲਸੋ ਚਾਰਜ। ਉਹਦੇ ਵਿੱਚ ਵੀ ਚਾਰਜ ਇਲੈਕਟ੍ਰੋਨ ਜਾ ਰਹੇ ਨੇ। ਠੀਕ ਹੈ, ਇਹ ਤੁਸੀਂ ਜਿਹੜੇ ਅਗਲੀ ਕਲਾਸਾਂ ਵਿੱਚ ਜਾਓਗੇ 9th 10th ਵਿੱਚ, ਉੱਥੇ ਤੁਹਾਨੂੰ ਹੋਰ ਡਿਟੇਲ ਵਿੱਚ ਸਮਝਾਇਆ ਜਾਏਗਾ। ਠੀਕ ਹੈ, ਸੋ ਇਲੈਕਟ੍ਰਿਕਸਿਟੀ ਜਿਹੜੀ ਹੈ ਦੈਟ ਇਜ਼ ਆਲਸੋ ਕੰਸਿਸਟਿੰਗ ਆਫ ਚਾਰਜ ਬਟ ਦੈਟ ਚਾਰਜ ਇਜ਼ ਇਨ ਮੋਸ਼ਨ। ਉਹ ਮੂਵ ਕਰ ਰਿਹਾ ਹੈ। ਪਰ ਜਿਹੜੇ ਚਾਰਜ ਹੈ ਕੌਮ ਦੇ ਉੱਤੇ ਆਏ, ਜਿਹੜੇ ਚਾਰਜ ਸਿਲਕ ਦੇ ਕੱਪੜੇ ਤੇ ਆਏ, ਵੂਲਨ ਕਲੋਥ ਤੇ ਆਏ, ਕੇਸਾਂ ਤੇ ਆਏ, ਕੰਘੀ ਤੇ ਆਏ, ਠੀਕ ਹੈ, ਜਾਂ ਰੀਫਿਲ ਦੇ ਉੱਤੇ ਆਏ, ਦੇ ਆਰ ਨੋਨ ਐਜ਼ ਸਟੈਟਿਕ। ਉਹ ਫਲੋ ਨਹੀਂ ਕਰ ਰਹੇ, ਉੱਥੇ ਇੱਕ ਸਿਰੇ ਤੇ ਜਿੱਥੇ ਰਗੜਿਆ ਗਿਆ ਉੱਥੇ ਇਕੱਠੇ ਹੋ ਗਏ, ਉੱਥੇ ਰੁਕ ਗਏ। ਉਹਨੂੰ ਕਿਹਾ ਜਾਂਦਾ ਸਟੈਟਿਕ ਇਲੈਕਟ੍ਰਿਸਿਟੀ। ਬਟ ਦੀ ਇਲੈਕਟ੍ਰੀਕਲ ਚਾਰਜਿਸ ਜਨਰੇਟਿਡ ਬਾਈ ਰਬਿੰਗ ਆਰ ਸਟੈਟਿਕ। ਸਟੈਟਿਕ ਦਾ ਲਿਖ ਲਓ ਬ੍ਰੈਕਟ ਵਿੱਚ, ਰੁਕੇ ਹੋਏ, ਜੋ ਚਾਲੂ, ਜੋ ਚਲਾਏਮਾਨ ਨਹੀਂ ਹੈਗੇ, ਜੋ ਚੱਲ ਨਹੀਂ ਰਹੇ, ਸਟੇਸ਼ਨਰੀ ਹੈਗੇ ਨੇ, ਸਟੈਟਿਕ। ਸੋ ਇਹ ਫਰਕ ਹੈਗਾ। ਜਿਹੜੇ ਹੈ ਰਬਿੰਗ ਦੇ ਨਾਲ ਚਾਰਜ ਹੁੰਦਾ ਹੈ ਉਹ ਸਟੈਟਿਕ ਹੁੰਦਾ ਹੈ। ਜਿਹੜਾ ਬਿਜਲੀ ਚੱਲਦੀ ਹੈ, ਜਿੰਨਾ ਪੱਖਾ ਚੱਲਦਾ ਹੈ, ਲਾਈਟ ਜਗਦੀ ਹੈ, ਫਰਿੱਜ ਚੱਲਦੀ ਹੈ, ਉਹ ਵੀ ਚਾਰਜ ਹੈ ਬਟ ਦੈਟ ਚਾਰਜ ਇਜ਼ ਇਨ ਮੋਸ਼ਨ। ਉਹ ਚਾਰਜ ਚੱਲਦੇ ਪਏ ਨੇ। ਪਰ ਇਹ ਵਾਲੇ ਚਾਰਜ ਜਿਹੜੇ ਕੰਘੀ ਤੇ ਆਏ ਨੇ, ਸਿਲਕ ਤੇ ਆਏ ਨੇ, ਜਾਂ ਗਲਾਸ ਰੋਡ ਤੇ ਆਏ ਨੇ, ਦੋਜ਼ ਚਾਰਜਿਸ ਆਰ ਸਟੈਟਿਕ, ਦੇ ਆਰ ਸਟੇਸ਼ਨਰੀ, ਦੇ ਆਰ ਨਾਟ ਮੂਵਿੰਗ। ਠੀਕ ਹੈ, ਦੈਟ ਇਜ਼, ਇਹਦਾ ਮਤਲਬ ਇਹ ਵੇ ਦੇ ਆਰ ਐਟ ਰੈਸਟ, ਉਹ ਰੁਕੇ ਹੋਏ ਨੇ, ਐਂਡ ਡੂ ਨਾਟ ਮੂਵ ਬਾਏ ਦੈਮਸੈਲਵਸ, ਆਪਣੇ ਆਪ ਉਹ ਹਿਲ ਜੁਲ ਨਹੀਂ ਕਰਦੇ। ਹਾਊਐਵਰ, ਪਰ these charges can be transferred from a charged object to another through a metal conductor। ਮਤਲਬ ਕਿ ਲੋਹੇ ਰਾਹੀਂ, ਪਿੱਤਲ ਰਾਹੀਂ, ਕਾਪਰ ਰਾਹੀਂ, ਸਿਲਵਰ ਰਾਹੀਂ, ਜਿਹੜੇ ਵੀ ਮੈਟਲ ਸਟੀਲ ਰਾਹੀਂ ਮੈਟਲ ਕੰਡਕਟਰ ਹੈਗੇ ਨੇ, ਜਿਹੜਾ ਅਸੀਂ ਪਹਿਲੇ ਇੱਕ ਚੈਪਟਰ ਪੜ੍ਹ ਚੁੱਕੇ ਹਾਂ, ਕੈਮੀਕਲ ਇਫੈਕਟਸ ਆਫ ਇਲੈਕਟ੍ਰਿਕ ਕਰੰਟ, ਹੈ ਨਾ। ਉਹ 'ਚ ਅਸੀਂ ਗੁੱਡ ਕੰਡਕਟਰ ਤੇ ਬੈਡ ਕੰਡਕਟਰ ਦੀ ਗੱਲ ਕੀਤੀ ਹੈ। ਇਸ ਚਾਰਜ ਨੂੰ ਮੈਟਲ ਦੇ ਥਰੂ ਜਾਂ ਕੰਡਕਟਿੰਗ ਮੀਡੀਅਮ ਦੇ ਥਰੂ ਔਰ ਗੁੱਡ ਕੰਡਕਟਰ ਦੇ ਥਰੂ ਟਰਾਂਸਫਰ ਕੀਤਾ ਜਾ ਸਕਦਾ ਹੈ। ਮਤਲਬ ਇੱਕ ਥਾਂ ਤੋਂ ਦੂਜੀ ਥਾਂ 'ਤੇ ਚਾਰਜ ਨੂੰ ਭੇਜਿਆ ਜਾ ਸਕਦਾ ਹੈ। ਬਟ ਦੇ ਡੂ ਨਾਟ ਮੂਵ ਔਨ ਦੇਅਰ ਓਨ, ਦੇ ਕੰਪਰਾਈਜ਼ ਦੀ ਸਟੈਟਿਕ ਚਾਰਜ। ਠੀਕ ਹੈ, ਆਓਗੇ ਚਲੀਏ। ਹੁਣ ਅਗਲੀ ਇਹ ਗੱਲ ਹੈਗੀ ਹੈ ਸਿਮਿਲਰਲੀ ਚਾਰਜਡ ਬੋਡੀਜ਼, ਬੋਥ ਪੋਜ਼ਿਟਿਵਲੀ ਔਰ ਬੋਥ ਨੈਗੇਟਿਵਲੀ ਚਾਰਜ। ਮਤਲਬ ਦੋ ਚੀਜ਼ਾਂ ਅਲੱਗ ਅਲੱਗ ਚਾਰਜ ਕਰ ਲਈਆਂ। ਮੰਨ ਲਓ ਦੋਨਾਂ 'ਤੇ ਪੋਜ਼ਿਟਿਵ ਚਾਰਜ ਹੈਗਾ ਜਾਂ ਦੋਨਾਂ 'ਤੇ ਨੈਗੇਟਿਵ ਚਾਰਜ ਹੈ, ਦੇ ਰਿਪੈਲ ਈਚ ਅਦਰ, ਉਹ ਇੱਕ ਦੂਜੇ ਤੋਂ ਦੂਰ ਭੱਜਣਗੀਆਂ। ਠੀਕ ਹੈ, ਉਹ ਦੇ ਵਿਲ ਰਿਪੈਲ ਈਚ ਅਦਰ, ਮਤਲਬ ਇੱਕ ਦੂਜੇ ਤੋਂ ਦੂਰ ਭੱਜਣਗੀਆਂ, ਬਿਕੋਜ਼ ਦੇ ਆਰ ਸਿਮਿਲਰਲੀ ਚਾਰਜਡ। ਐਂਡ ਆਪੋਜ਼ਿਟਲੀ ਚਾਰਜ ਬੋਡੀਜ਼, ਜੇ ਇੱਕ ਪੋਜ਼ਿਟਿਵ ਹੋਵੇ ਇੱਕ ਨੈਗੇਟਿਵ ਹੋਵੇ, ਠੀਕ ਹੈ, ਦੇ ਅਟਰੈਕਟ ਈਚ ਅਦਰ। ਅਤੇ ਦੂਜੀ ਗੱਲ ਇਹ ਹੈਗੀ ਹੈ, ਇੱਕ ਚਾਰਜ ਬੋਡੀ ਵਿਲ ਆਲਸੋ ਅਟਰੈਕਟ ਅਨਦਰ ਅਨਚਾਰਜਡ ਬੋਡੀ, ਕਿਉਂਕਿ ਚਾਰਜ ਤੇ ਹੋ ਗਿਆ, ਦੂਜੀ ਤੇ ਚਾਰਜ ਹੈ ਹੀ ਨਹੀਂ। ਠੀਕ ਹੈ ਨਾ, ਉਹ ਤੇ ਜ਼ੀਰੋ ਚਾਰਜ ਹੈ। ਅਤੇ ਉਹਦੇ ਕੋਲ ਜੇ ਤੁਸੀਂ ਪੋਜ਼ਿਟਿਵਲੀ ਚਾਰਜ ਬੋਡੀ ਲੈ ਕੇ ਆਓ ਜਾਂ ਨੈਗੇਟਿਵਲੀ ਚਾਰਜ ਬੋਡੀ ਲੈ ਕੇ ਆਓ, ਦੇ ਵਿਲ ਆਲਸੋ ਅਟਰੈਕਟ ਦੈਟ। ਹੁਣ ਜਿੱਦਾਂ ਕੰਘੀ ਨੂੰ ਮੈਂ ਚਾਰਜ ਕਰ ਲਿਆ ਅਤੇ ਕੰਘੀ ਇਜ਼ ਚਾਰਜਡ, ਅਤੇ ਕਾਗਜ਼ ਦੇ ਟੁਕੜੇ ਲੈ ਲਏ, ਦੇ ਆਰ ਨਾਟ ਚਾਰਜ, ਦੇ ਆਰ ਨਿਊਟਰਲ, ਬਟ ਦੈਟ ਕੌਮ ਵਿਲ ਅਟਰੈਕਟ ਦੈਟ ਪੇਪਰ ਬਿਟਸ ਆਫ ਪੇਪਰ, ਜਿਹੜੇ ਕਾਗਜ਼ ਦੇ ਟੁਕੜੇ ਨੇ ਉਹਨਾਂ ਨੂੰ ਅਟਰੈਕਟ ਕਰੇਗਾ। ਇਸੇ ਤਰ੍ਹਾਂ ਗੁਬਾਰਾ ਮੈਂ ਆਪਣੀ ਕੋਟੀ 'ਤੇ ਰਗੜਿਆ, ਐਕਰਾਈਲਿਕ 'ਤੇ ਰਗੜਿਆ, ਵੂਲ 'ਤੇ ਰਗੜਿਆ, ਅਤੇ ਫਿਰ ਮੈਂ ਕੰਧ ਦੇ ਨਾਲ ਚਿਪਕਾਤਾ, ਉਹ ਉੱਥੇ ਚਿੰਬੜ ਜਾਏਗਾ। ਕਿਉਂ? ਬਿਕੋਜ਼ ਦੀ ਬੈਲੂਨ ਇਜ਼ ਚਾਰਜਡ ਬਟ ਦੀ ਵਾਲ ਇਜ਼ ਨਾਟ ਚਾਰਜਡ। ਸੋ ਟੂ ਆਪੋਜ਼ਿਟਲੀ ਚਾਰਜ ਬੋਡੀਜ਼ ਅਟਰੈਕਟ ਈਚ ਅਦਰ, ਐਂਡ ਚਾਰਜ ਬੋਡੀ ਐਂਡ ਨਿਊਟਰਲ ਬੋਡੀ ਆਲਸੋ ਅਟਰੈਕਟ ਈਚ ਅਦਰ। ਬਟ ਟੂ ਸਿਮਿਲਰਲੀ ਚਾਰਜ ਬੋਡੀਜ਼, ਚਾਹੇ ਦੋਨੋਂ ਪੋਜ਼ਿਟਿਵਲੀ ਚਾਰਜ ਹੋਣ ਜਾਂ ਦੋਨੋਂ ਨੈਗੇਟਿਵਲੀ ਚਾਰਜ ਹੋਣ, they will repel each other। ठीक है, they will run away from each other। आगे चलिए। इलैक्ट्रोस्कोप एक इंस्ट्रूमेंट होंदा है, एक डिवाइस होंदा है,
ਇਹ ਤੁਹਾਨੂੰ ਦੱਸਾਂਗੇ ਹੁਣੀ, ਤੁਸੀਂ ਘਰ 'ਚ ਵੀ ਬਣਾ ਸਕਦੇ ਹੋ ਤੇ ਐਕਸਪੈਰੀਮੈਂਟ ਕਰ ਸਕਦੇ ਹੋ, ਔਰ ਤੁਸੀਂ ਜ਼ਰੂਰ ਕਰਿਓ, ਤੁਹਾਨੂੰ ਸਮਝਾਵਾਂਗੇ ਕਿੱਦਾਂ ਕਰਨਾ ਹੈ। A device used, ਇਹ ਡੈਫੀਨੇਸ਼ਨ ਯਾਦ ਕਰ ਲੈਣੀ ਹੈ, ਰੱਟਾ ਲਗਾ ਲੈਣਾ ਚੰਗੀ ਤਰ੍ਹਾਂ ਇਹਨੂੰ। A device used to test whether an object is carrying charge or not is known as an electroscope। ਹੁਣ ਇਲੈਕਟ੍ਰੋਸਕੋਪ ਉਹ ਡਿਵਾਈਸ ਹੈ ਜਿਹਦੇ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਬੋਡੀ ਚਾਰਜਡ ਹੈ ਜਾਂ ਨਿਊਟਰਲ ਹੈ। ਠੀਕ ਹੈ, ਤੇ ਇਹਦਾ ਪ੍ਰਿੰਸੀਪਲ ਵੀ ਕੀ ਹੈ, ਇਹ ਕਿਹੜੇ ਸਿਧਾਂਤ ਤੇ ਕੰਮ ਕਰਦਾ ਹੈ? ਇਲੈਕਟ੍ਰੋਸਕੋਪ ਵਰਕਸ ਔਨ ਦੀ ਪ੍ਰਿੰਸੀਪਲ ਦੈਟ electric charge can be transferred from a charged object to another object through a metal conductor। ਇਹਦਾ ਸਿਧਾਂਤ ਇਲੈਕਟ੍ਰੋਸਕੋਪ ਦਾ ਇਹ ਵੇ ਕਿ ਚਾਰਜਡ ਬੋਡੀ ਤੋਂ ਇਲੈਕਟ੍ਰੀਕਲ ਚਾਰਜ ਜਿਹੜਾ ਹੈ ਉਹ ਮੈਟਲ ਕੰਡਕਟਰ ਦੇ ਥਰੂ ਟਰਾਂਸਫਰ ਕੀਤਾ ਜਾ ਸਕਦਾ ਹੈ। ਠੀਕ ਹੈ, ਆਓ ਅੱਗੇ ਚਲੀਏ। ਮੇਕ ਆ ਸਿੰਪਲ ਇਲੈਕਟ੍ਰੋਸਕੋਪ ਐਟ ਹੋਮ। ਹੁਣ ਕਿੱਦਾਂ ਕਰਨਾ ਹੈ ਬੱਚਿਓ? ਟੇਕ ਐਨ ਐਮਟੀ ਜੈਮ ਬੋਟਲ, ਸ਼ੀਸ਼ੇ ਦੀ ਜਿਹਦੇ ਥਰੂ ਤੁਸੀਂ ਦੇਖ ਸਕਦੇ ਹੋ ਆਰ ਪਾਰ। ਕੱਚ ਦੀ ਕੋਈ ਤੁਸੀਂ ਸ਼ੀਸ਼ੀ ਲੈ ਲਓ, ਬੜੀ ਵੱਡੀ ਥੋੜੀ, ਜਿਹਦਾ ਜੈਮ ਦੀ ਬੋਟਲ ਹੁੰਦੀ ਉਹ ਲੈ ਲਓ। ਤੇ ਕੀ ਕਰੋ, ਇੱਕ ਓਪਨ ਆਊਟ ਆ ਪੇਪਰ ਕਲਿੱਪ। ਪੇਪਰ ਕਲਿੱਪ ਹੁੰਦਾ ਨਾ ਇਹਦਾ ਬੱਚਿਓ, ਡਬਲ ਇਦਾਂ ਘੁੰਮਿਆ ਹੁੰਦਾ ਜਿਹੜਾ ਅਸੀਂ ਪੇਪਰ ਕਲਿੱਪ ਲੈਂਦੇ ਹਾਂ। ਓਪਨ ਆਊਟ ਉਹਨੂੰ ਖੋਲ ਲਵੋ। ਤੇ ਖੋਲਣਾ ਕਿਸ ਢੰਗ ਦੇ ਨਾਲ ਹੈ? ਓਪਨ ਆਊਟ ਆ ਪੇਪਰ ਕਲਿੱਪ ਟੂ ਮੇਕ ਅ ਹੁੱਕ ਐਟ ਵਨ ਐਂਡ। ਉਹਦਾ ਇੱਕ ਸਿਰਾ ਹੁੱਕ ਵਾਂਗੂ ਬਣ ਜਾਏ ਤੇ ਦੂਜਾ ਸਿਰਾ ਐਲ ਬਣ ਜਾਏ, ਜਿੱਦਾਂ ਆਪਣੀ ਪਰਪੈਂਡੀਕੂਲਰ ਟੂ ਈਚ ਅਦਰ, ਐਲ। ਠੀਕ ਹੈ, ਮੇਕ ਵਨ ਐਂਡ ਇਨ ਦੀ ਸ਼ੇਪ ਆਫ ਐਲ ਐਂਡ ਦੀ ਅਦਰ ਐਂਡ ਲਾਈਕ ਅ ਹੁੱਕ। ਅੱਗੇ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ, ਉਹ ਤਸਵੀਰ ਦੇਖ ਕੇ ਤੁਹਾਨੂੰ ਹੋਰ ਸਮਝ ਆ ਜਾਏਗਾ, ਪਰ ਇਹ ਗੱਲ ਨੂੰ ਚੰਗੀ ਤਰ੍ਹਾਂ ਸੁਣੀ ਜਾਓ ਔਰ ਸਮਝੀ ਜਾਓ। ਇੱਕ ਪਹਿਲੇ ਜੈਮ ਦੀ ਬੋਤਲ ਲੈਣੀ ਹੈ ਖਾਲੀ, ਧੋ ਲਓ, ਸਾਫ਼ ਕਰ ਲਓ, ਸੁਕਾ ਲਓ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਇੱਕ ਪੇਪਰ ਕਲਿੱਪ ਲਓ। ਪੇਪਰ ਕਲਿੱਪ ਨੂੰ ਜਿਹੜਾ ਸਟੀਲ ਦਾ ਹੁੰਦਾ ਹੈ ਨਾ, ਜਿਹੜੇ ਘਰਾਂ 'ਚ ਹੁੰਦੇ ਹੀ ਪੇਪਰ ਕਲਿੱਪ ਆਮ, ਉਹਨੂੰ ਖੋਲ ਲਓ। ਖੋਲ ਕੇ ਇੱਕ ਸਿਰੇ ਨੂੰ ਹੁੱਕ ਬਣਾ ਲਓ, ਦੂਜੇ ਸਿਰੇ ਨੂੰ ਐਲ ਦੀ ਸ਼ੇਪ ਦੇ ਦਿਓ। ਟੇਕ ਆ ਕਾਰਡਬੋਰਡ ਪੀਸ, ਗੱਤੇ ਦਾ ਕੋਈ ਟੁਕੜਾ ਲੈ ਲਓ। ਗੱਤੇ ਦਾ ਟੁਕੜਾ ਇੰਨਾ ਵੱਡਾ ਹੋਵੇ ਕਿ ਉਹਨੂੰ ਤੁਸੀਂ, ਉਹ ਜਿਹੜਾ ਮੂੰਹ ਹੈਗਾ ਉਹਦਾ ਬੋਤਲ ਦਾ, ਉਹਨੂੰ ਢੱਕ ਸਕੋ, ਉਹ ਤੋਂ ਵੱਡੇ ਸਾਈਜ਼ ਦਾ ਲੈ ਲਓ ਇੱਕ। ਠੀਕ ਹੈ, ਹੁਣ ਪੀਅਰਸ ਅ ਹੋਲ ਇਨ ਇਟ, ਉਹਦੇ ਵਿੱਚ ਗੱਤੇ ਦੇ ਵਿੱਚ ਇੱਕ ਹੋਲ, ਇੱਕ ਛੇਕ ਕਰੋ। ਐਂਡ ਇਨਸਰਟ ਦਾ ਪੇਪਰ ਕਲਿੱਪ, ਤੇ ਉਹਦੇ ਵਿੱਚ ਪੇਪਰ ਕਲਿੱਪ ਪਾ ਦੇਵੋ। ਉਹ ਜਿਹੜਾ ਐਲ ਹੈਗਾ ਨਾ, ਉੱਪਰ ਵਾਲਾ ਐਲ, ਉਹ ਗੱਤੇ ਤੇ ਰੁਕ ਜਾਏਗਾ ਤੇ ਉਹ ਲਟਕ ਜਾਏਗਾ, ਹੁੱਕ ਥੱਲੇ ਆ ਜਾਏਗੀ। ਠੀਕ ਹੈ, ਇਹ ਹੁਣ ਤੁਸੀਂ ਜਿਹੜੇ ਤਸਵੀਰ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ। ਕੱਟ 2 ਮੈਟਲ ਸਟ੍ਰਿਪਸ ਆਫ ਐਲੂਮੀਨੀਅਮ ਫੋਇਲ। ਐਲੂਮੀਨੀਅਮ ਫੋਇਲ ਵੀ ਘਰਾਂ 'ਚ ਹੁੰਦਾ ਹੈ ਸਾਰੇ, ਜਿਹੜੇ ਸਾਡੇ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਪਿਤਾ ਜੀ ਜਿਹੜੇ ਕੰਮ 'ਤੇ ਜਾਂਦੇ ਨੇ, ਆਪਣਾ ਲੰਚ ਲੈ ਕੇ ਜਾਂਦੇ ਨੇ, ਜਾਂ ਘਰ 'ਚ ਰੋਟੀ ਜਿਹੜੀ ਹੈ ਉਹਨੂੰ ਲਪੇਟ ਕੇ ਰੱਖਦੇ ਆ ਉਹਨਾਂ ਖਾਣ ਪੀਣ ਦੀ ਚੀਜ਼ ਨੂੰ, ਤੇ ਐਲੂਮੀਨੀਅਮ ਫੋਇਲ ਹੁੰਦਾ ਹੈ। ਤੇ ਉਹਨੂੰ ਬੱਚੋ ਸਿੱਧਾ ਫਰੈਸ਼ ਐਲੂਮੀਨੀਅਮ ਫੋਇਲ ਲੈ ਕੇ 4 ਸੈਂਟੀਮੀਟਰ ਗੁਣਾ 1 ਸੈਂਟੀਮੀਟਰ ਲੰਬਾ ਕੱਟ ਲਓ, ਸਟ੍ਰਿਪ ਕੱਟ ਲਓ ਈਚ, ਐਂਡ ਹੈਂਗ ਦੈਮ ਔਨ ਦਾ ਪੇਪਰ ਕਲਿੱਪ ਐਜ਼ ਸ਼ੋਨ। ਤੁਹਾਨੂੰ ਦਿਖਾਵਾਂਗੇ ਹੁਣੀ। ਠੀਕ ਹੈ, ਉਹ ਜਿਹੜੀ ਹੁੱਕ ਬਣਾਈ ਹੈ ਉਹਦੇ ਵਿੱਚ ਉਹਨੂੰ ਫਸਾ ਕੇ, ਉਹ ਮਲੀ ਉਹਨੂੰ ਛੇਕ ਹੋ ਜਾਏਗਾ, ਉਹਨੂੰ ਟੰਗ ਦਿਓ। ਦੋਨੋਂ ਜਿਹੜੀ ਸਟ੍ਰਿਪਸ ਹੈਗੀਆਂ, ਹੈਂਗ ਦੈਮ ਡਾਊਨ ਔਨ ਦੀ ਹੁੱਕ ਵਿਚ ਯੂ ਹੈਵ ਫਾਊਂਡ ਵਿਦ ਦੀ ਹੈਲਪ ਆਫ ਪੇਪਰ ਕਲਿੱਪ। ਹੁਣ ਇਨਸਰਟ ਦੀ ਪੇਪਰ ਕਲਿੱਪ ਇਨ ਦੀ ਕਾਰਡਬੋਰਡ ਲਿਡ ਐਂਡ ਪਲੇਸ ਇਟ ਔਨ ਦੀ ਬੋਟਲ। ਉਹਦੇ ਵਿੱਚ ਫਸਾ ਦਿਓ ਤੇ ਉਹਨੂੰ ਕਾਰਡਬੋਰਡ ਨੂੰ ਬੋਟਲ ਦੇ ਉੱਤੇ ਰੱਖ ਦੇਵੋ। ਇਹ ਹੁਣ ਤੁਹਾਨੂੰ ਅੱਗੇ ਦਿਖਾਵਾਂਗੇ, ਜਿਹੜੇ ਅਗਲੀ ਸਲਾਈਡ ਵਿੱਚ ਉਹਦੀ ਫੋਟੋ ਆਏਗੀ ਤਦ ਮੈਂ ਤੁਹਾਨੂੰ ਦੁਬਾਰਾ ਸਮਝਾ ਦੇਵਾਂਗਾ। ਤੁਸੀਂ ਇਹ ਗੱਲ ਸਾਰੀ ਨੋਟ ਕਰ ਲਓ ਪਹਿਲੇ। ਟੇਕ ਆ ਚਾਰਜਡ ਪੈਨ ਰੀਫਿਲ, ਇੱਕ ਪੈਨ ਦਾ ਰੀਫਿਲ ਲਵੋ, ਉਹਨੂੰ ਰਗੜੋ ਪੋਲੀਥੀਨ ਦੇ ਨਾਲ ਤੇ ਉਹ ਚਾਰਜ ਹੋ ਜਾਏਗਾ। ਤੁਸੀਂ ਬੱਚਿਓ ਜਿਹੜਾ ਹਿੱਸਾ ਰਗੜਨਾ ਨਾ, ਉਹ ਮਤਲਬ ਕਿ ਜਿੱਥੇ ਲਿਖਣ ਵਾਲਾ ਸਿਰਾ ਨਹੀਂ ਹੁੰਦਾ, ਜਿੱਥੇ ਲਿਖਣ ਵਾਲਾ ਸਿਰਾ ਉੱਥੇ ਹੱਥ ਲਾ ਕੇ ਰੱਖਣਾ ਤੇ ਦੂਜੇ ਪਾਸੇ ਰਗੜਨਾ, ਤੇ ਜਿੱਥੇ ਰਗੜਨਾ ਉੱਥੇ ਹੱਥ ਨਹੀਂ ਲਗਾਉਣਾ, ਉਹਨੂੰ ਟੱਚ ਨਹੀਂ ਕਰਨਾ। ਠੀਕ ਹੈ, ਟੇਕ ਅ ਚਾਰਜਡ ਪੈਨ ਰੀਫਿਲ ਐਂਡ ਟੱਚ ਇਟ ਵਿਦ ਦੀ ਐਂਡ ਆਫ ਦਾ ਪੇਪਰ ਕਲਿੱਪ। ਪਹਿਲੇ ਚਾਰਜ ਕਰ ਲਿਆ ਪਰ ਉਹਨੂੰ ਹੱਥ ਨਹੀਂ ਲਾਉਣਾ, ਉਹਨੂੰ ਕਿੰਨਾ ਟੱਚ ਕਰਨਾ ਹੈ? ਪੇਪਰ ਕਲਿੱਪ ਜਿਹੜਾ ਉੱਪਰ ਐਲ ਸ਼ੇਪਡ ਹੈਗਾ ਐਂਡ, ਉਹ ਤੇ ਟੱਚ ਕਰਨਾ ਹੈ। You will observe that the foil strips repel each other and open out. ਉਹ ਰਿਪੈਲ ਕਰਨਗੇ ਤੇ ਓਪਨ ਹੋ ਜਾਣਗੇ। The aluminium foil strips receive the same charge from the charged refill through the paper clip and thus they repel each other. ਇਹ ਕਿਉਂ ਹੋਇਆ ਬੱਚਿਓ? ਕਿਉਂਕਿ ਅਸੀਂ ਉਹਨੇ ਪੜ੍ਹਿਆ ਹੈ ਕਿ the charge can be transferred through metal conductor. Paper clip is made of steel, ਸਟੀਲ ਦਾ ਬਣਿਆ ਹੁੰਦਾ ਹੈ, ਸੋ ਇਟਸ ਅ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਜਦੋਂ ਇਹਦੇ ਸਿਰੇ ਨੂੰ ਚਾਰਜ ਰੀਫਿਲ ਦੇ ਨਾਲ ਟੱਚ ਕੀਤਾ ਤੇ ਜਿਹੜਾ ਚਾਰਜ ਰੀਫਿਲ ਦੇ ਸਿਰੇ ਤੇ ਇਕੱਠਾ ਹੋਇਆ ਸੀਗਾ ਉਹ ਕਿੱਥੇ ਚਲਾ ਗਿਆ? ਐਲੂਮੀਨੀਅਮ ਕਲਿੱਪ ਵਿੱਚ ਚਲਾ ਗਿਆ। ਜਿਹੜੇ ਐਲੂਮੀਨੀਅਮ ਕਲਿੱਪ ਵਿੱਚ ਗਿਆ, ਥੱਲੇ ਜਾ ਕੇ ਜਿਹੜੀ ਐਲੂਮੀਨੀਅਮ ਫਾਇਲ ਹੈਗੀ, ਐਲੂਮੀਨੀਅਮ ਵੀ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਹੈਗਾ, ਤੇ ਦੋਨੋਂ ਸਟ੍ਰਿਪਸ ਵਿੱਚ ਚਲਾ ਗਿਆ ਚਾਰਜ। ਹੁਣ
ਇੱਕੋ ਚਾਰਜ ਗਿਆ ਹੈ, ਕਿਉਂਕਿ ਦੋਨਾਂ ਦਾ ਚਾਰਜ ਕਿਹ ਤੋਂ ਆਇਆ, ਰੀਫਿਲ ਤੋਂ ਆਇਆ। ਰੀਫਿਲ ਤੇ ਇੱਕੋ ਕਿਸਮ ਦਾ ਚਾਰਜ ਸੀਗਾ, ਤੇ ਉਹ ਇੱਕੋ ਕਿਸਮ ਦਾ ਚਾਰਜ ਦੋ ਸਟ੍ਰਿਪਸ ਤੇ ਚਲਾ ਗਿਆ। ਐਂਡ ਅਸੀਂ ਸਟਾਰਟਿੰਗ 'ਚ ਪੜ੍ਹਿਆ ਹੈ ਕਿ ਸਿਮਿਲਰ ਚਾਰਜਿਸ ਰਿਪੈਲ ਈਚ ਅਦਰ। ਤੇ ਤੁਸੀਂ ਦੇਖੋਗੇ ਜਿਹੜੀ ਦੋ ਸਟ੍ਰਿਪਸ ਹੈਗੀਆਂ ਜਿਹੜੀਆਂ ਲਟਕੀਆਂ ਹੋਈਆਂ ਸੀ ਸਿੱਧੀਆਂ ਥੱਲੇ, ਉਹ ਰਿਪੈਲ ਹੋ ਕੇ ਖੁੱਲ ਜਾਣਗੀਆਂ। ਦੇ ਵਿਲ ਓਪਨ ਆਊਟ, ਦੇ ਵਿਲ ਰਿਪੈਲ ਈਚ ਅਦਰ। ਦਿਸ ਇਜ਼ ਐਨ ਇਲੈਕਟ੍ਰੋਸਕੋਪ। ਇਹ ਜਿਹੜਾ ਯੰਤਰ ਬਣਿਆ ਇਹਨੂੰ ਕਿਹਾ ਜਾਂਦਾ ਇਲੈਕਟ੍ਰੋਸਕੋਪ, ਐਂਡ ਕੈਨ ਬੀ ਯੂਜ਼ ਟੂ ਟੈਸਟ ਵੈਦਰ ਐਨ ਆਬਜੈਕਟ ਇਜ਼ ਚਾਰਜ ਔਰ ਨਾਟ। ਹੁਣ ਜੇ ਰੀਫਿਲ ਚਾਰਜ ਨਹੀਂ ਹੋਏਗਾ ਤੇ ਜਿਹੜੀਆਂ ਸਟ੍ਰਿਪਸ ਹੋਣਗੀਆਂ ਉਹ ਓਪਨ ਆਊਟ ਨਹੀਂ ਹੋਣਗੀਆਂ। ਅਰਥਾਤ ਸਟ੍ਰਿਪਸ ਪਹਿਲੇ ਲੰਬੀਆਂ ਖੜੀਆਂ ਨੇ ਸਿੱਧੀਆਂ ਵਰਟੀਕਲ, ਜਦੋਂ ਕੋਈ ਆਬਜੈਕਟ ਲਿਆ ਕੇ ਟੱਚ ਕਰਾਂਗੇ ਪੇਪਰ ਕਲਿੱਪ ਨੂੰ, ਅਗਰ ਪੇਪਰ ਕਲਿੱਪ ਵਿੱਚ ਚਾਰਜ ਅਗਰ ਤੇ ਆਬਜੈਕਟ ਵਿੱਚ ਚਾਰਜ ਹੋਏਗਾ ਫਿਰ ਦੇ ਵਿਲ ਰਿਪੈਲ ਈਚ ਅਦਰ, ਅਗਰ ਚਾਰਜ ਨਹੀਂ ਹੋਏਗਾ ਦੇ ਵਿਲ ਨਾਟ ਰਿਪੈਲ ਈਚ ਅਦਰ। ਤੇ ਇਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਬੋਡੀ ਜਿਹੜਾ ਆਬਜੈਕਟ ਹੈਗਾ ਉਹ ਚਾਰਜ ਹੈ ਜਾਂ ਨਹੀਂ ਹੈ। ਅਗਲਾ ਸਟੈਪ ਕੀ ਹੈ, ਟੱਚਿੰਗ ਦੀ ਪੇਪਰ ਕਲਿੱਪ ਐਂਡ। ਹੁਣ ਜਿੱਥੇ ਅਸੀਂ ਪੈਨ ਰੀਫਿਲ ਟੱਚ ਕੀਤਾ ਸੀ ਚਾਰਜ, ਉੱਥੇ ਹੁਣ ਹਟਾ ਕੇ ਹੁਣ ਅਸੀਂ ਆਪਣਾ ਉਹਨੂੰ ਹੱਥ ਲਾ ਦਈਏ ਤੇ ਕੀ ਹੋਏਗਾ, ਜੈਂਟਲੀ ਵਿਦ ਹੈਂਡ ਵਿਲ ਕਾਜ਼ ਦੀ ਸਟ੍ਰਿਪਸ ਟੂ ਕੋਲੈਪਸ। ਉਹ ਡਿੱਗ ਜਾਣਗੀਆਂ ਥੱਲੇ, ਜਿਹੜੀਆਂ ਰਿਪੈਲ ਹੋ ਕੇ ਖੁੱਲੀਆਂ ਹੋਈਆਂ ਸੀ ਉਹ ਥੱਲੇ ਡਿੱਗ ਜਾਣਗੀਆਂ, ਔਰ ਵੀ ਸੇ ਦੇ ਹੈਵ ਬਿਕਮ ਡਿਸਚਾਰਜ। ਉਹਨਾਂ ਦਾ ਸਾਰਾ ਚਾਰਜ ਉੱਡ ਜਾਏਗਾ। ਕਿੱਥੇ ਉਹ ਚਾਰਜ ਕਿਉਂ ਉੜਿਆ, ਕਿਉਂਕਿ ਸਟ੍ਰਿਪਸ ਤੋਂ ਪੇਪਰ ਕਲਿੱਪ ਤੋਂ ਸਾਡੇ ਹੱਥ ਵਿੱਚ ਆਇਆ, ਹੱਥੋਂ ਸਾਡੀ ਬੋਡੀ 'ਚੋਂ ਆਇਆ, ਤੇ ਬੋਡੀ ਤੋਂ ਸਾਡੀ ਧਰਤੀ ਵਿੱਚ ਚਲਾ ਗਿਆ, ਥੱਲੇ ਧਰਤੀ ਵਿੱਚ ਚਲਾ ਗਿਆ। ਇਹਨੂੰ ਅਸੀਂ ਕਹਿੰਦੇ ਹਾਂ ਲਾਸ ਆਫ ਚਾਰਜ ਔਰ ਗੈਟਿੰਗ ਡਿਸਚਾਰਜ। ਮਤਲਬ ਉਹਦਾ ਚਾਰਜ ਖਤਮ ਹੋ ਗਿਆ। ਦੀ ਸਟ੍ਰਿਪਸ ਲੂਜ਼ ਚਾਰਜ ਟੂ ਦੀ ਅਰਥ ਥਰੂ ਦੀ ਬੋਡੀ। ਆਓ ਤੁਹਾਨੂੰ ਤਸਵੀਰ ਰਾਹੀਂ ਇਹ ਸਾਰੀ ਗੱਲ ਜਿਹੜੀ ਹੈ ਸਮਝਾਉਂਦੇ ਹਾਂ। ਇਹ ਜੈਮ ਦੀ ਬੋਤਲ ਲਈ ਬੱਚਿਓ, ਇਹ ਗੱਤਾ ਲਿਆ, ਗੱਤਾ ਜਿਹੜਾ ਕਿ ਇਹਦੇ ਮੂੰਹ ਤੋਂ ਵੱਡਾ ਹੈਗਾ। ਹੁਣ ਇਹ ਪੇਪਰ ਕਲਿੱਪ ਲਿਆ, ਇਹਦਾ ਐਲ ਬਣਾਤਾ, ਇੱਥੇ ਇਹ ਬਣ ਗਿਆ, ਐਲ ਬਣ ਗਿਆ, ਐਲ ਬਣ ਗਿਆ, ਇਹ ਹੁੱਕ ਬਣ ਗਈ। ਖੋਲ੍ਹ ਲਿਆ ਪੇਪਰ ਕਲਿੱਪ, ਹੱਥ ਨਾਲ ਖੁੱਲ ਜਾਂਦਾ, ਬੜੇ ਨਾਲ ਖੁੱਲ੍ਹ ਗਿਆ। ਤੇ ਇਹ ਦੋ ਸਟ੍ਰਿਪਸ ਲਈਆਂ, ਇਹ ਸਟ੍ਰਿਪਸ ਲਈਆਂ, ਦੇਖੋ ਸਟ੍ਰਿਪਸ ਐਲੂਮੀਨੀਅਮ ਫਾਈਲ ਦੀਆਂ, ਤੇ ਉਹ ਜਿਲੇ ਇਹਨੂੰ ਅਸੀਂ ਇੱਥੇ ਥੋੜ੍ਹਾ ਦੱਬਾਂਗੇ ਉਹ ਛੇਕ ਬਣ ਕੇ ਇਹ 'ਚ ਆ ਜਾਏਗੀ। ਤੇ ਦੋਨੋਂ ਸਟ੍ਰਿਪਸ ਨੂੰ ਇਹਦੇ ਵਿੱਚ ਲਟਕਾ ਦਿੱਤਾ, ਹੈਂਗ ਕਰਤਾ। ਮਤਲਬ ਉਹ ਜਿੱਦਾਂ ਜਿਲੇ ਤੁਸੀਂ ਇਹਨੂੰ ਇੱਥੇ ਜ਼ੋਰ ਮਾਰੋਗੇ ਥੋੜ੍ਹਾ ਜਿਹਾ, ਉਹ ਪੇਪਰ ਐਲੂਮੀਨੀਅਮ ਫਾਈਲ 'ਚ ਹੋਲ ਹੋ ਜਾਏਗੀ ਤੇ ਉਹ ਥੱਲੇ ਡਿੱਗ ਜਾਏਗੀ। ਸੋ ਦੋ ਫਾਈਲ ਨੂੰ ਨਾਰਮਲ ਵਿੱਚ ਕੀ ਹੋਏਗਾ ਬੱਚਿਓ, ਦੇਖੋ ਇਹ ਖੁੱਲੀਆਂ ਹੋਈਆਂ ਨਾ, ਨਾਰਮਲ ਵਿੱਚ ਸਿੱਧੀ ਖੜੀ ਹੋਏਗੀ ਇੱਦਾਂ, ਦੋਨੋਂ ਵਰਟੀਕਲ ਹੋਣਗੀਆਂ। ਹੁਣ ਇਹ ਪੇਪਰ, ਇਹ ਹੁਣ ਰੀਫਿਲ ਲਿਆ, ਰੀਫਿਲ ਇਹ ਵਾਲਾ, ਇਹ ਰੀਫਿਲ ਹੈਗਾ ਇਹ ਵਾਲਾ। ਰੀਫਿਲ ਦੇ ਇਹ ਵਾਲੇ ਸਿਰੇ ਨੂੰ ਤੁਸੀਂ ਕੀ ਕੀਤਾ, ਇਹਨੂੰ ਰਗੜਿਆ ਪੋਲੀਥੀਨ ਦੇ ਨਾਲ। ਪਹਿਲੇ ਰਗੜ ਲਿਆ ਚੰਗੀ ਤਰ੍ਹਾਂ ਪੋਲੀਥੀਨ ਨਾਲ, ਚਾਰਜ ਹੋ ਗਿਆ। ਤੇ ਚਾਰਜ ਕਰਕੇ ਜਿਹੜੇ ਤੁਸੀਂ ਇਹਨੂੰ ਇਹਨਾਂ ਟੱਚ ਕੀਤਾ, ਤੇ ਇਹ ਜਿਹੜਾ ਰੀਫਿਲ ਹੈਗਾ, ਰੀਫਿਲ ਦੇ ਵਿੱਚ ਜਿਹੜਾ ਚਾਰਜ ਸੀਗਾ ਇਹ ਪੇਪਰ ਕਲਿੱਪ ਵਿੱਚ ਆ ਗਿਆ। ਪੇਪਰ ਕਲਿੱਪ ਦੇ ਵਿੱਚ ਚਾਰਜ ਟਰੈਵਲ ਕੀਤਾ, ਟਰੈਵਲ ਕਰਕੇ ਕੁਝ ਚਾਰਜ ਇਹਦੇ ਵਿੱਚ ਆ ਗਿਆ ਤੇ ਕੁਝ ਚਾਰਜ ਇਹਦੇ ਵਿੱਚ ਆ ਗਿਆ। ਹੁਣ ਇਹ ਐਲੂਮੀਨੀਅਮ ਫਾਈਲ ਜਿਹੜੀ ਸੀ ਦੋਨੋਂ, ਦੇ ਗੋਟ ਚਾਰਜਡ ਵਿਦ ਦਾ ਸੇਮ ਚਾਰਜ। ਉਹ ਕਿਹੜਾ ਚਾਰਜ ਹੈਗਾ, ਚਾਹੇ ਪੋਜ਼ੀਟਿਵ ਚਾਹੇ ਨੈਗੇਟਿਵ ਜਿਹੜਾ ਵੀ ਹੈਗਾ, ਉਹ ਉਹ ਜਿਹੜਾ ਤੁਹਾਡਾ ਰੀਫਿਲ ਦੇ ਵਿੱਚ ਸੀਗਾ ਸੇਮ ਚਾਰਜ ਸੀਗਾ, ਉਹ ਦੋਨਾਂ ਵਿੱਚ ਆ ਗਿਆ। ਐਂਡ ਸਿਮਿਲਰ ਚਾਰਜਿਸ ਰਿਪੈਲ ਈਚ ਅਦਰ। ਤੇ ਇਹ ਦੋਨੋਂ ਇੱਕ ਦੂਜੇ ਤੋਂ ਭੱਜਦੇ ਪਏ ਨੇ। ਇਹ ਮਤਲਬ ਕਿ ਇਹ ਖੁੱਲ ਜਾਏਗਾ ਇੱਧਰ ਨੂੰ ਤੇ ਇੱਧਰ ਨੂੰ ਖੁੱਲ ਜਾਏਗਾ, ਠੀਕ ਹੈ। ਹੁਣ ਜਿਹੜੇ ਤੁਸੀਂ ਪੇਪਰ ਰੀਫਿਲ ਹਟਾ ਲਓਗੇ ਤਾਂ ਵੀ ਇਹ ਖੁੱਲ੍ਹਾ ਰਹੇਗਾ। ਹੁਣ ਤੁਸੀਂ ਇਹਨੂੰ ਇੱਥੇ ਹੱਥ ਲਾਓ, ਇੱਥੇ ਹੱਥ ਲਾਇਆ ਤੇ ਹੁਣ ਕੰਮ ਉਲਟਾ ਹੋ ਗਿਆ। ਚਾਰਜ ਇੱਥੋਂ ਦੀ ਗਿਆ, ਇੱਥੇ ਜਾ ਕੇ ਤੁਹਾਡੇ ਹੱਥ ਵਿੱਚ ਚਲਾ ਗਿਆ। ਜੇ ਹੱਥ ਨੂੰ ਇੱਥੇ ਲਾਵੋਗੇ, ਪੇਪਰ ਰੀਫਿਲ ਹਟਾ ਦੋਗੇ, ਹੱਥ ਨਾਲ ਉਂਗਲ ਨਾਲ ਟੱਚ ਕਰੋਗੇ ਹਲਕਾ ਜਿਹਾ, ਉਂਗਲ ਦੇ ਵਿੱਚ ਹੱਥ ਵਿੱਚ ਗਿਆ, ਬਾਂਹ ਵਿੱਚ ਗਿਆ, ਥੱਲੇ ਬੋਡੀ 'ਚ ਪੈਰਾਂ ਰਾਹੀਂ ਫਿਰ ਧਰਤੀ ਵਿੱਚ ਸਾਰਾ ਚਾਰਜ ਚਲਾ ਗਿਆ। ਤੇ ਇਹ ਜਿਹੜਾ ਹੈ ਐਲੂਮੀਨੀਅਮ ਫਾਈਲ, ਇਹ ਸਿੱਧੀਆਂ ਹੋ ਜਾਣਗੀਆਂ। ਦੇ ਵਿਲ ਕਮ ਬੈਕ ਟੂ ਦੇਅਰ ਓਰੀਜਨਲ ਪੋਜੀਸ਼ਨ। ਇਹਨੂੰ ਕਿਹਾ ਜਾਂਦਾ ਬੱਚਿਓ ਇਲੈਕਟ੍ਰੋਸਕੋਪ। ਇਹ ਬੜਾ ਹੀ ਸਿੰਪਲ, ਬੜਾ ਹੀ ਸਾਦਾ, ਬੜਾ ਹੀ ਸਧਾਰਨ ਜਿਹਾ ਤਜਰਬਾ ਹੈ, ਐਕਸਪੈਰੀਮੈਂਟ ਹੈ, ਪ੍ਰਯੋਗ ਹੈ, ਜੋ ਤੁਸੀਂ ਆਪਣੇ ਘਰ ਵਿੱਚ ਕਰ ਸਕਦੇ ਹੋ। ਤੇ ਮੈਂ ਜ਼ਰੂਰ ਤੁਹਾਨੂੰ ਤਾਕੀਦ ਕਰਾਂਗਾ ਤੇ ਤੁਸੀਂ ਇਹਨੂੰ ਕਰਿਓ। ਇਹ 'ਚ ਕੋਈ ਚੀਜ਼ ਦੀ ਖਾਸ ਦੀ ਲੋੜ ਨਹੀਂ। ਪੇਪਰ ਰੀਫਿਲ ਤੁਹਾਡੇ ਘਰ ਹੋਏਗਾ, ਪੋਲੀਥੀਨ ਦੀਆਂ ਪੰਨੀਆਂ ਜਿਹੜੇ ਜਿਹ 'ਚ ਅਸੀਂ ਆਪਣਾ ਦਾਲਾਂ ਸਬਜ਼ੀਆਂ ਲੈਂਦੇ ਹਾਂ, ਇਹ ਸਬਜ਼ੀਆਂ ਵਗੈਰਾ ਜ਼ਿਆਦਾਤਰ ਖਰੀਦ ਕੇ ਲੈਂਦੇ ਹਾਂ, ਸਮਾਨ ਲੈਂਦੇ ਹਾਂ, ਉਹ ਵੀ ਹੁੰਦਾ। ਇਹ ਗੱਤਾ ਵੀ ਘਰ 'ਚ ਪਿਆ ਹੁੰਦਾ, ਕੋਈ ਵੀ ਗੱਤਾ ਲੈ ਲਓ। ਇਹ ਬੋਤਲ ਵੀ ਤੁਹਾਡੇ ਘਰ ਹੋਏਗੀ, ਕੋਈ ਨਾ ਕੋਈ ਸ਼ੀਸ਼ੀ ਹੋਏਗੀ, ਠੀਕ ਹੈ। ਇਹ ਕਲਿੱਪ ਵੀ ਹੋਏਗਾ। ਤੇ ਤੁਸੀਂ ਇਹ ਐਕਸਪੈਰੀਮੈਂਟ ਬੱਚਿਓ ਜ਼ਰੂਰ ਕਰੋ ਤੇ ਆਪ ਦੇਖਿਓ, ਸਮਝੋ। ਕੰਘੀ ਨਾਲ ਕਰੋ, ਪੈਨ ਰੀਫਿਲ ਨਾਲ ਕਰੋ, ਹੋਰ ਵੱਖ-ਵੱਖ ਚੀਜ਼ਾਂ ਨਾਲ ਕਰਕੇ ਦੇਖੋ ਤੇ ਤੁਸੀਂ ਇਹ ਮਤਲਬ ਕਿ ਇਹ ਚੀਜ਼ ਆਪਣੇ ਛੋਟੇ ਭੈਣਾਂ ਭਰਾਵਾਂ ਨੂੰ ਵੀ ਦੱਸੋ, ਸਮਝਾਓ, ਤੇ ਆਪਣੇ ਮੰਮੀ ਡੈਡੀ ਨੂੰ ਵੀ ਦੱਸੋ। ਤੇ ਨਾਲ ਦੇਖੋ ਤੁਸੀਂ ਸਮਝੋਗੇ ਕਿ ਸਾਡੇ ਦੇਸ਼ ਵਿੱਚ ਬੜੇ ਤਾਂਤਰਿਕ, ਬੜੇ ਸਿਆਣੇ ਪੁੱਛਾਂ ਦੇ ਨਾਲੇ
ਇੱਦਾਂ ਦੇ ਇसी ਕਿਸਮ ਦੇ ਹੱਥਾਂ ਦੀ ਸਫਾਈ ਵਾਲੇ ਜਾਂ ਵਿਗਿਆਨ ਵਾਲੇ ਪ੍ਰਯੋਗ ਕਰਕੇ ਲੋਕਾਂ ਨੂੰ, ਅਨਪੜ੍ਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ। ਸੋ ਅਸਲ ਵਿੱਚ ਹੁੰਦਾ ਕੀ ਹੈ, ਜਾਦੂ ਜੂਦੂ ਕੁਛ ਨਹੀਂ ਹੁੰਦਾ, ਕੋਈ ਭੂਤ ਵਗੈਰਾ ਨਹੀਂ ਹੁੰਦਾ, ਉਹ ਸਿਰਫ ਤੇ ਸਿਰਫ ਉਹਨਾਂ ਦੀ ਹੱਥ ਦੀ ਸਫਾਈ ਹੁੰਦੀ ਹੈ ਜਾਂ ਇੱਦਾਂ ਦਾ ਕੋਈ ਵਿਗਿਆਨ ਦਾ ਸਿਧਾਂਤ ਹੁੰਦਾ ਹੈ ਜਿਹਦੇ ਬਾਰੇ ਆਮ ਬੰਦੇ ਨੂੰ, ਬਜ਼ੁਰਗ ਨੂੰ, ਜਾਂ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਹੈਗਾ ਉਹਨੂੰ ਉਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਬੱਚਿਓ ਗਿਆਨ ਦੇ ਨਾਲ ਸਾਡੀਆਂ ਅੱਖਾਂ ਖੁੱਲ੍ਹਦੀਆਂ ਨੇ ਤੇ ਸਾਡੇ ਠੱਗੇ ਜਾਣ ਦੀ ਸੰਭਾਵਨਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ। ਆਓ ਅੱਗੇ ਚੱਲੀਏ। ਡਿਸਚਾਰਜਿੰਗ, ਇਹ ਹੁਣ ਅਸੀਂ ਪੜ੍ਹਿਆ ਸੀ, ਜਦੋਂ ਹੱਥ ਨਾਲ ਹੁਣ ਟੱਚ ਕਰਾਂਗੇ ਤਾਂ ਡਿਸਚਾਰਜ ਹੋ ਜਾਏਗਾ। ਤੇ ਇਹਦੀ ਡੈਫੀਨੇਸ਼ਨ ਕੀ ਹੈ? ਵੈਨ ਅ ਚਾਰਜਡ ਬੋਡੀ ਲੂਜ਼ਿਸ ਚਾਰਜ, ਜਦੋਂ ਉਹ ਚਾਰਜ ਆਪਣਾ ਗਵਾ ਬੈਠੇ, ਠੀਕ ਹੈ, ਟੂ ਦੀ ਅਰਥ ਥਰੂ ਅ ਕੰਡਕਟਿੰਗ ਮੀਡੀਅਮ। ਜ਼ਿਆਦਾਤਰ ਅਸੀਂ ਆਪਣਾ ਹੱਥ ਟੱਚ ਕਰਾਂਗੇ ਜਾਂ ਮੈਂ ਲੋਹੇ ਦੀ ਰੋਡ ਨਾਲ ਟੱਚ ਕਰਾਂਗਾ, ਮੈਟਲ ਦੀ ਰੋਡ ਨਾਲ ਟੱਚ ਕਰਾਂਗਾ ਤੇ ਉਹ ਰੋਡ ਨੂੰ ਟਰੈਵਲ ਕਰਕੇ ਮੇਰੇ ਹੱਥ ਰਾਹੀਂ ਤੇ ਉਹ ਉਹਦੇ ਵਿੱਚ ਚਲਾ ਜਾਏਗਾ, ਧਰਤੀ ਵਿੱਚ ਚਲਾ ਜਾਏਗਾ। ਥਰੂ ਅ ਕੰਡਕਟਿੰਗ ਮੀਡੀਅਮ ਇਟ ਇਜ਼ ਕਾਲਡ ਦੈਟ ਦੀ ਬੋਡੀ ਇਜ਼ discharged। ਹੁਣ ਡਿਸਚਾਰਜ ਹੋ ਗਈ ਹੈ, it means it has lost its charge, it is no longer charged or it has become neutral। ठीक है, ਹੁਣ ਅਗਲੀ ਗੱਲ ਕੀ ਅਰਥਿੰਗ ਦੀ। what is earthing? the process of transferring of charge from a charged object to the earth is called earthing। simple। ਇਹ ਨਿੱਕੇ ਨਿੱਕੇ ਸੈਂਟੈਂਸ ਨੇ ਬੱਚਿਓ, ਇਹਨਾਂ ਨੂੰ ਜ਼ਰੂਰ ਰੱਟਾ ਲਾ ਲਓ, ਬਾਰ-ਬਾਰ ਇਹ ਮੂੰਹ ਤੁਹਾਡੇ ਚੜ੍ਹ ਜਾਣੇ ਚਾਹੀਦੇ ਨੇ, ਠੀਕ ਹੈ ਨਾ। ਇਹ ਮਤਲਬ ਕਿ ਇਹ ਚੀਜ਼ਾਂ ਪੇਪਰ ਵਾਲੇ ਦਿਨ ਪੜ੍ਹਨ ਵਾਲੀ ਨਹੀਂ ਹੁੰਦੀਆਂ, ਇਹ ਤੇ ਤੁਹਾਨੂੰ ਹਰ ਵੇਲੇ ਮੂੰਹ ਤੇ ਚੜ੍ਹੀਆਂ ਹੋਣੀ ਚਾਹੀਦੀਆਂ, ਬੜੀਆਂ ਕਾਮਨ ਨੌਲੇਜ ਦੀਆਂ ਹੈਗੀਆਂ, ਠੀਕ ਹੈ। ਸੋ the process of transferring of charge from a charged object to the earth is called earthing। ठीक है, earthing is provided in buildings to protect us from electrical shocks due to any leakage of electrical current। ਇਹ ਜਿਹੜੀਆਂ ਮਸ਼ੀਨਾਂ ਹੋ ਗਈਆਂ, ਵਾਸ਼ਿੰਗ ਮਸ਼ੀਨ ਹੋ ਗਈਆਂ, ਤੁਹਾਡੇ ਆਪਣੇ ਮਿਕਸੀਆਂ ਹੋ ਗਈਆਂ, ਫਰਿੱਜ ਹੋ ਗਏ, ਇਹਨਾਂ ਵਿੱਚ ਸਾਰਿਆਂ 'ਚ ਅਰਥਿੰਗ ਹੁੰਦੀ ਹੈ। ਇਹ 3 ਪਲੱਗ ਸ਼ੂ ਨਹੀਂ ਹੁੰਦੇ ਜਿਹੜੇ ਉੱਪਰਲੀ ਜਿਹੜੀ ਮੋਟੀ ਪਿੰਨ ਹੁੰਦੀ ਹੈ, ਉਹ ਅਰਥਿੰਗ ਦੀ ਹੁੰਦੀ ਹੈ ਕਿ ਬਾਈ ਚਾਂਸ ਕਿਤੇ ਉਹ ਜਿਹੜਾ ਇਕਵਿਪਮੈਂਟ ਹੈਗਾ ਉਹ 'ਚ ਕਿਤੇ ਸ਼ਾਰਟ ਸਰਕਟ ਹੋ ਜਾਏ ਜਾਂ ਮਤਲਬ ਕੋਈ ਤਾਰ ਨੰਗੀ ਹੋ ਜਾਏ, ਕਰੰਟ ਉਹ 'ਚ ਆ ਜਾਏ ਤੇ ਜਿੱਲੇ ਬੰਦਾ ਉਹਨੂੰ ਹੱਥ ਲਾਵੇ ਤੇ ਉਹ ਬੰਦੇ ਨੂੰ ਕਰੰਟ ਨਾ ਲੱਗੇ, ਉਹ ਕਰੰਟ ਮਤਲਬ ਕਿ ਉਹ ਪਿੰਨ ਰਾਹੀਂ ਅਰਥ ਦੇ ਵਿੱਚ ਚਲਾ ਜਾਏ, ਉੱਥੇ ਡਿਸਚਾਰਜ ਹੋ ਜਾਏ, ਬੰਦੇ ਨੂੰ ਨਾ ਸੱਟ ਲੱਗੇ, ਬੰਦੇ ਨੂੰ ਕਰੰਟ ਨਾ ਲੱਗੇ। ਇਹ ਅਰਥਿੰਗ ਜਿਹੜਾ ਹੈ ਇਟਸ ਅ ਪ੍ਰੋਟੈਕਟਿਵ ਅਰੇਂਜਮੈਂਟ, ਇਹ ਸਾਨੂੰ ਪ੍ਰੋਟੈਕਟ ਕਰਨ ਲਈ ਕੀਤੀ ਜਾਂਦੀ ਹੈ, ਠੀਕ ਹੈ। ਆਓ ਅੱਗੇ ਚਲੀਏ। ਲਾਈਟਨਿੰਗ, ਜਿਹੜੀ ਬਿਜਲੀ ਲਿਸ਼ਕਦੀ ਹੈ, ਹੁਣ ਉਹਦੇ ਬਾਰੇ ਗੱਲ ਕਰੀਏ। ਲੂਜ਼ ਇਲੈਕਟ੍ਰਿਕ ਲਾਈਵ ਵਾਇਰਸ, ਲਾਈਵ ਨੇ ਜਿਹਨਾਂ 'ਚੋਂ ਕਰੰਟ ਜਾ ਰਿਹਾ ਹੈ, ਤੁਸੀਂ 2 ਤਾਰਾਂ ਲਵੋ, ਨਾਲ ਹਲਕਾ ਜਿਹਾ ਜੋੜੋ, ਦੇਖੋ ਕਿ ਬਿਜਲੀ ਵਾਲੇ ਕੰਮ ਕਰਦੇ ਉਹ ਕੜਕੜ ਕਰਦਾ ਹੈ ਨਾ, ਉਹ 'ਚੋਂ ਲਿਸ਼ਕਾਰਾ ਨਿਕਲਦਾ, ਸਪਾਰਕ ਨਿਕਲਦੀ ਹੈ। ਸੋ ਲੂਜ਼ ਇਲੈਕਟ੍ਰਿਕ ਲਾਈਵ ਵਾਇਰਸ ਐਂਡ ਲੂਜ਼ ਇਲੈਕਟ੍ਰਿਕ ਪਲੱਗ, ਜਦੋਂ ਪਲੱਗ ਵੀ ਥੋੜ੍ਹਾ ਢਿੱਲਾ ਜਿਹਾ ਹੋਵੇ, ਮਤਲਬ ਠੀਕ ਤਰ੍ਹਾਂ ਫਿੱਟ ਨਾ ਹੋ ਰਿਹਾ ਹੋਵੇ, ਤੇ ਦੇਖੋ ਆਪਣੀ ਸੌਕਟ ਦੇ ਵਿੱਚ ਜੇ ਉਹ 'ਚ ਵੀ ਸਪਾਰਕਸ ਨਿਕਲਦੀਆਂ। So loose electric live wires and loose electric plug in its socket generates sparks। Lightning is also an electric spark। ਜਿਹੜੀ ਬਿਜਲੀ ਲਿਸ਼ਕਦੀ ਹੈ ਬੜੀ ਵੱਡੀ ਪੱਧਰ ਤੇ, ਉਹ ਵੀ ਬੱਚੋ ਬਿਜਲੀ ਦੀ ਸਪਾਰਕ ਹੀ ਹੈਗੀ ਹੈ, ਬਟ ਔਨ ਅ ਹਿਊਜ ਸਕੇਲ, ਪਰ ਬੜੀ ਵੱਡੀ ਪੱਧਰ ਦੀ ਸਪਾਰਕ ਹੈਗੀ ਹੈ। ਜਿਹੜੀ ਸਪਾਰਕ ਅਸੀਂ ਘਰਾਂ ਵਿੱਚ ਛੋਟੀ ਮੋਟੀ ਦੇਖਦੇ ਹਾਂ ਜਾਂ ਜਿਹੜੇ ਬਿਜਲੀ ਦੀ ਰਿਪੇਅਰਿੰਗ ਦਾ ਕੰਮ ਕਰਦੇ ਨੇ ਉਹ ਕੰਮ ਕਰਦੇ ਜਿਹੜੀ ਨਿੱਕੀਆਂ ਨਿੱਕੀਆਂ ਸਪਾਰਕਾਂ ਨਿਕਲਦੀਆਂ, ਤੇ ਇਹ ਜਿਹੜੀ ਬਿਜਲੀ ਲਿਸ਼ਕਦੀ ਹੈ ਬੱਚਿਓ, ਇਹ ਵੀ ਇੱਕ ਬਿਜਲੀ ਦੀ ਸਪਾਰਕ ਹੀ ਹੈ, ਪਰ ਉਹ ਸਪਾਰਕ ਕਈ ਲੱਖਾਂ ਗੁਣਾ ਵੱਡੀ ਹੈ, ਔਨ ਅ ਵੈਰੀ ਹਿਊਜ ਸਕੇਲ, ਠੀਕ ਹੈ। ਲਾਈਟਨਿੰਗ ਇਜ਼ ਕਾਜ਼ਡ ਬਾਈ ਦੀ ਐਕੂਮੂਲੇਸ਼ਨ, ਐਕੂਮੂਲੇਸ਼ਨ ਮਤਲਬ ਹੁੰਦਾ ਬੱਚੋ ਇਕੱਠਾ ਹੋ ਜਾਣਾ, ਐਕੂਮੂਲੇਸ਼ਨ ਮਤਲਬ ਕਿ ਕਲੈਕਸ਼ਨ, ਬਹੁਤ ਜ਼ਿਆਦਾ ਇਕੱਠਾ, ਪਾਈਲ ਅਪ ਹੋ ਜਾਣਾ, ਆਫ ਚਾਰਜਿਸ ਇਨ ਦੀ ਕਲਾਊਡਸ। ਜਿਵੇਂ ਅਸੀਂ ਗੱਲ ਕੀਤੀ ਕੰਘੀ ਵਿੱਚ ਚਾਰਜ ਆ ਗਿਆ, ਗਲਾਸ ਰੋਡ ਵਿੱਚ ਚਾਰਜ ਆ ਗਿਆ, ਕੇਸਾਂ ਵਿੱਚ ਚਾਰਜ ਆ ਗਿਆ, ਜਾਂ ਪੈਨ ਦੇ ਰੀਫਿਲ ਵਿੱਚ ਚਾਰਜ ਆ ਗਿਆ, ਇਸੀ ਤਰ੍ਹਾਂ ਬੱਦਲਾਂ ਦੇ ਵਿੱਚ ਵੀ ਚਾਰਜ ਆ ਜਾਂਦਾ ਹੈ। ਐਕੂਮੂਲੇਸ਼ਨ ਵਿੱਚ ਚਾਰਜ ਇਕੱਠਾ ਹੋ ਜਾਂਦਾ ਹੈ, ਪਰ ਬੜੇ ਵੱਡੇ ਸਕੇਲ ਤੇ, ਬੜੀ ਵੱਡੀ ਪੱਧਰ ਤੇ ਚਾਰਜ ਹੋ ਜਾਂਦਾ ਹੈ, ਠੀਕ ਹੈ। ਆਓ ਦੇਖੀਏ ਕਿਸ ਤਰ੍ਹਾਂ। ਵੈਨ ਅ ਥੰਡਰ ਸਟੋਰਮ ਡਿਵੈਲਪਸ, ਜਦੋਂ ਤੂਫਾਨੀ ਜਿਹੜਾ ਤੂਫਾਨ ਆਉਂਦਾ ਹੈ ਜਿਹਦੇ 'ਚ ਬੱਦਲ ਗਰਜਦੇ ਨੇ, ਉਹ ਵਾਲਾ ਤੂਫਾਨ ਜਦੋਂ ਡਿਵੈਲਪ ਹੁੰਦਾ ਹੈ, ਠੀਕ ਹੈ, ਜਦੋਂ ਬਣਦਾ ਹੈ, ਉਹਦੀ ਤਿਆਰੀ ਹੁੰਦੀ ਹੈ ਤੂਫਾਨ ਦੀ ਏਅਰ ਕਰੰਟਸ ਮੂਵ ਅਪਵਰਡਸ, ਉਦੋਂ ਕੀ ਹੁੰਦਾ ਹੈ, ਹਵਾ ਦਾ ਬਹਾਵ ਥੱਲਿਓਂ ਦੀ ਧਰਤੀ ਤੋਂ ਉੱਪਰ ਵਾਲੇ ਪਾਸੇ ਜਾਂਦਾ ਹੈ, ਮਤਲਬ ਕਿ ਜਿਹੜੀ ਹਨੇਰੀ ਹੈ, ਹਵਾ ਦਾ ਕਰੰਟ ਜਿਹੜਾ ਹੈ ਥੱਲਿਓਂ ਦੀ ਉੱਪਰ ਜਾਂਦਾ ਹੈ। ਐਂਡ ਦੀ ਵਾਟਰ ਡ੍ਰੌਪਲੇਟਸ ਮੂਵ ਡਾਊਨਵਰਡਸ, ਤੇ ਪਾਣੀ ਦੀ ਜਿਹੜੀ ਬਰੀਕ ਬਰੀਕ ਬੂੰਦਾਂ ਵਾਟਰ ਡ੍ਰੌਪਲੇਟਸ ਵਿਚ ਆਰ ਸਸਪੈਂਡਡ ਇਨ ਦਾ ਏਅਰ, ਹਵਾ 'ਚ ਲਮਕੀਆਂ ਹੋਈਆਂ, ਉਹ ਥੱਲੇ ਨੂੰ ਆਉਂਦੀਆਂ ਨੇ। ਦੀਜ਼ ਵਿਗੋਰਸ ਮੈਨੇ ਜ਼ੋਰਦਾਰ, ਐਨਰਜੈਟਿਕ, ਫੁੱਲ ਆਫ ਐਨਰਜੀ, ਫੁੱਲ ਆਫ ਫੋਰਸ, ਦੀਜ਼ ਫੋਰਸਫੁਲ ਵਿਗੋਰਸ ਜ਼ੋਰਦਾਰ ਮੂਵਮੈਂਟਸ
ਕਿਹੜੀਆਂ? of air current and the water droplets. Air currents going upward, water droplets coming downwards. और आपस रगड़ लगती हुई ਇਹਨਾਂ ਦੀ ਹਨਾ, they rub each other. ਮਤਲਬ ਕਿ ਹਾਲੇ ਸਾਇੰਸ ਨੂੰ ਇਹਦਾ ਪੂਰਾ ਸਿਸਟਮ ਨਹੀਂ ਪਤਾ, ਇਹ ਥੋੜਾ ਜਿਹਾ ਅੰਦਾਜ਼ਾ ਹੈ, ਇੰਨਾ ਕੁ ਸਮਝ ਆਇਆ ਸਾਇੰਸ ਨੂੰ ਹਾਲੇ, ਠੀਕ ਹੈ। ਦੇ ਕਾਜ਼ ਸੈਪਰੇਸ਼ਨ ਆਫ ਚਾਰਜਿਸ, ਉਹਨਾਂ ਕੀ ਹੁੰਦਾ ਹੈ, ਉਹ ਚਾਰਜਿਸ ਸੈਪਰੇਸ਼ਨ ਹੋ ਜਾਂਦੇ ਨੇ, ਜਿਵੇਂ ਰੀਫਿਲ ਨੂੰ ਰਗੜਿਆ ਪੋਲੀਥੀਨ ਨਾਲ, ਚਾਰਜਿਸ ਸੈਪਰੇਟ ਹੋ ਗਏ ਹਨਾ, ਪੋਲੀਥੀਨ ਤੇ ਆਪੋਜ਼ਿਟ ਚਾਰਜ ਆ ਗਿਆ ਤੇ ਰੀਫਿਲ ਤੇ ਦੂਜਾ ਚਾਰਜ ਆ ਗਿਆ। The positive charges collect near the upper edges of the clouds. ਜਿਹੜਾ ਬੱਦਲ ਦੇ ਉੱਪਰਲੇ ਸਿਰੇ ਨੇ ਉਹ ਤੇ ਪੋਜ਼ਿਟਿਵ ਚਾਰਜ ਇਕੱਠਾ ਹੋ ਜਾਂਦਾ ਹੈ। And the negative charges accumulate means collect, gather up, pile up near the lower edges. ਤੇ ਜਿਹੜੇ ਬੱਦਲ ਦੇ ਥੱਲੜੇ ਸਿਰੇ ਨੇ ਉਹਨਾਂ 'ਚ ਨੈਗੇਟਿਵ ਚਾਰਜ ਆ ਜਾਂਦਾ ਹੈ। There is accumulation of positive charges near the ground also. ਤੇ ਧਰਤੀ ਦੀ ਉੱਪਰਲਾ ਜਿਹੜੀ ਸਤਹ ਹੈਗੀ ਹੈ, ਪਰਤ ਹੈਗੀ ਹੈ, ਉਹਦੇ ਉੱਤੇ ਵੀ ਪੋਜ਼ਿਟਿਵ ਚਾਰਜ ਆ ਜਾਂਦਾ ਹੈ। ਇਹ ਦੇਖਣ ਵਿੱਚ ਆਇਆ ਜਿਹੜੇ ਸਾਇੰਸਦਾਨਾਂ ਨੇ ਖੋਜ ਕਰਕੇ ਇਹ ਗੱਲ ਪਤਾ ਲਗਾਈ ਹੈ। ਆਓ ਦੇਖੀਏ, ਤੁਹਾਨੂੰ ਇੱਕ ਤੁਹਾਡੀ ਕਿਤਾਬ 'ਚੋਂ ਲੈ ਕੇ ਤਸਵੀਰ ਵੀ ਦਿਖਾਵਾਂਗੇ, ਉਹਨਾਂ ਹੋਰ ਗੱਲ ਕਲੀਅਰ ਹੋ ਜਾਏਗੀ। When the magnitude of the accumulated charges becomes very large, ਜਦੋਂ ਇਹ ਇਕੱਠੇ ਹੋਏ ਚਾਰਜ ਦਾ ਜਿਹੜਾ ਮਾਪ ਹੈਗਾ, ਕੁਆਂਟਿਟੀ ਜਿਹੜੀ ਹੈ, ਮੈਗਨੀਚਿਊਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਦੋਂ ਮਤਲਬ ਕਿ ਹੱਦੋਂ ਵਾਰਾ ਹੋ ਜਾਂਦਾ ਹੈ, then the air which is normally a poor conductor of electricity, ਅਸੀਂ ਤੁਹਾਨੂੰ ਦੱਸਿਆ ਸੀਗਾ chemical effects of current ਵਿੱਚ ਕਿ under normal conditions air is a poor conductor of electricity, but when there is a lightning that same air becomes a good conductor of electricity. So the air which is normally a poor conductor of electricity is no longer able to resist their flow. ਹੁਣ ਉਹ ਜਿਹੜਾ ਚਾਰਜ ਦਾ ਫਲੋ ਹੈ ਉਹਨੂੰ ਰੋਕ ਨਹੀਂ ਸਕਦੀ, ਤੇ ਉਹ ਫਿਰ ਕੀ ਹੁੰਦਾ ਹੈ, when positive and negative charge meet each other there is a huge spark, ठीक है। negative and positive charges meet producing streaks माने झरियां, लड़ियां, रेखा, ਉਹ ਜਿਹੜੀ ਉਹ ਦੇਖਦੇ ਨਾ ਬਿਜਲੀ ਲਿਸ਼ਕਦੀ ਕਿਦਾਂ ਉਹ ਲੰਬੀ ਟੇਢੀ ਮੇਢੀ ਜੀ ਇੱਕ ਰੋਸ਼ਨੀ ਦੀ ਲਾਈਨਾਂ ਬਣਦੀਆਂ, ਉਹਨੂੰ ਕਹਿੰਦੇ streaks of bright light and sound। ਬੜੀ ਬਿਜਲੀ ਕੜਕਦੀ ਹੈ ਤੇ ਬਿਜਲੀ ਲਿਸ਼ਕਦੀ ਹੈ। The process is called an electric discharge. ਇਸ process ਨੂੰ ਕਿਹਾ ਜਾਂਦਾ ਹੈ electric discharge. The process of electric discharge can occur between two or more clouds. ਜਿਹੜਾ ਇਹ electric discharge ਹੈ ਇਹ ਦੋ ਜਾਂ ਦੋ ਤੋਂ ਜ਼ਿਆਦਾ ਬੱਦਲਾਂ ਦੇ ਵਿਚਕਾਰ ਵੀ ਹੋ ਸਕਦਾ ਹੈ, or between clouds and the earth, ਅਤੇ ਧਰਤੀ ਦੇ ਵਿੱਚ ਤੇ ਧਰਤੀ ਦੇ ਉੱਪਰਲਾ ਜਿਹੜਾ ਬੱਦਲ ਹੈ ਉਹਦੇ ਵਿਚਕਾਰ ਵੀ ਹੋ ਸਕਦਾ ਹੈ, ਬਿਕੋਜ਼ ਬੱਦਲ ਦਾ ਜਿਹੜਾ ਥੱਲੜਾ ਹਿੱਸਾ ਹੈ ਉਹ ਤੇ ਨੈਗੇਟਿਵ ਚਾਰਜ ਹੁੰਦਾ ਹੈ ਤੇ ਧਰਤੀ ਦੇ ਉੱਤੇ ਪੋਜ਼ਿਟਿਵ ਚਾਰਜ ਹੁੰਦਾ ਹੈ। ਸੋ ਇਸ ਕਰਕੇ ਡਿਸਚਾਰਜ ਕੈਨ ਟੇਕ ਪਲੇਸ ਬਿਟਵੀਨ ਦੀ ਨੀਅਰੈਸਟ ਕਲਾਊਡ ਅਬਵ ਦੀ ਅਰਥ ਐਂਡ ਆਲਸੋ ਦੀ ਅਰਥ। ਲਾਈਟਨਿੰਗ ਸਟ੍ਰਾਈਕ ਕੁਡ ਡਿਸਟਰੋਏ ਲਾਈਫ ਐਂਡ ਪ੍ਰੋਪਰਟੀ। ਜਿਹੜੀ ਬਿਜਲੀ ਦੀ ਜਿਹੜੀ ਡਿੱਗਦੀ ਹੈ ਤੇ ਇਹਦੇ ਨਾਲ ਜਾਨ ਵੀ ਜਾਂਦੀ ਹੈ ਤੇ ਇਹਦੇ ਨਾਲ ਜਿਹੜੀ ਪ੍ਰੋਪਰਟੀ ਹੈ, ਮਤਲਬ ਕਿ ਜਿਹੜੇ ਰੁੱਖ ਕਹਿ ਲਓ, ਪੋਲਸ ਕਹਿ ਲਓ, ਬਿਲਡਿੰਗਾਂ ਹੈ, ਉਹ ਵੀ ਤਬਾਹ ਹੁੰਦੀਆਂ ਨੇ। ਸੋ ਇਟ ਕੈਨ ਕਾਜ਼ ਡੈਮੇਜ ਟੂ ਬੋਥ ਲਾਈਫ ਐਂਡ ਪ੍ਰੋਪਰਟੀ। ਇਟ ਇਜ਼ ਦੇਅਰਫੋਰ ਨੈਸੈਸਰੀ, ਇਸ ਕਰਕੇ ਇਹ ਜ਼ਰੂਰੀ ਹੈ, ਟੂ ਟੇਕ ਮੈਜ਼ਰਸ, ਉਹ ਕਦਮ ਚੁੱਕੇ ਜਾਣ, ਟੂ ਪ੍ਰੋਟੈਕਟ ਅਵਰਸੈਲਵਸ, ਆਪਣੇ ਆਪ ਨੂੰ ਬਚਾਉਣ ਲਈ। ਬਿਜਲੀ ਦੀ ਜੋ ਹੈ, ਬਿਜਲੀ ਡਿੱਗਦੀ ਹੈ, ਉਹ ਤੋਂ ਬਚਣ ਲਈ ਸਾਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ, ਜਿਹਦੇ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ। ਇਹ ਦੇਖੋ ਬੱਚਿਓ, ਇਹ ਤਸਵੀਰ ਕਰਟਸੀ NCERT ਤੁਹਾਡੀ ਕਿਤਾਬ 'ਚੋਂ ਲਈ ਹੈ। ਇਹ ਧਰਤੀ ਹੈ, ਦੇਖੋ ਬੱਚਿਓ, ਇੱਥੇ ਪੋਜ਼ਿਟਿਵ ਚਾਰਜ ਆ ਗਿਆ। ਇਹ ਬੱਦਲ ਦਾ ਥੱਲੜਾ ਹਿੱਸਾ, ਥੱਲੜਾ ਬੱਦਲ ਦਾ ਹਿੱਸਾ ਨੈਗੇਟਿਵ ਚਾਰਜ ਆ ਗਿਆ। ਇਹ ਬੱਦਲ ਦਾ ਉੱਪਰਲਾ ਹਿੱਸਾ ਜਿਹੜਾ ਹੈ ਇਹ ਪੋਜ਼ਿਟਿਵ ਚਾਰਜ ਆ ਗਿਆ। ਇਹ ਨੈਗੇਟਿਵ ਤੇ ਇਹ ਪੋਜ਼ਿਟਿਵ ਚਾਰਜ ਦੇ ਅਟਰੈਕਟ ਈਚ ਅਦਰ। ਇਹ ਦੇਖੋ ਸਪਾਰਕ ਬਣ ਗਈ ਹੈ, ਦੇਖੋ ਇਹਨੂੰ ਕਹਿੰਦੇ ਸਟ੍ਰੀਕਸ ਆਫ ਬ੍ਰਾਈਟ ਲਾਈਟ, ਥੰਡਰ ਬੋਲਟ, ਠੀਕ ਹੈ। ਇਹ ਬਿਜਲੀ ਦਾ ਇਹ ਪੈਂਦੀ ਹੈ, ਜਦੋਂ ਬਿਜਲੀ ਪੈਂਦੀ ਹੈ ਤੇ ਬੜਾ ਉਹ ਟੈਂਪਰੇਚਰ ਹੈ ਬੱਚਿਓ ਹਜ਼ਾਰੋਂ ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਰੁੱਖ ਸੜ ਜਾਂਦੇ ਨੇ, ਬੰਦੇ ਦੇ ਜਿਹੜੇ ਪੈਂਦੀ ਕਿਸੇ ਇਨਸਾਨ ਤੇ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਮਤਲਬ ਕਿ ਇੰਨੀ ਤਗੜੀ ਇਹ 'ਚ ਐਨਰਜੀ और अग और तापमान इतना ज़बरदस्त होता है। इट कैन डिस्ट्रॉय बिल्डिंग्स वेरी ईजीली, ठीक है। सो आओ देखिए अगे हम लाइटनिंग सेफ्टी, ठीक है। ਹੁਣ ਲਾਈਟਨਿੰਗ ਸੇਫਟੀ ਬਾਰੇ ਅਸੀਂ ਜਾਣਕਾਰੀ ਲਵਾਂਗੇ ਵੀ ਜਿਹੜੇ ਬਿਜਲੀ ਕੜਕੇ ਤੇ ਉਹ ਤੋਂ ਆਪਣਾ ਬਚਾਅ ਕਿਵੇਂ ਕਰਨਾ ਹੈ। ਇਹ ਕੁਦਰਤੀ ਵਰਤਾਰਾ ਹੈ, ਇਹਦੇ ਬਾਰੇ ਅਸੀਂ ਕੁਝ ਕਰ ਨਹੀਂ ਸਕਦੇ, ਰੋਕ ਨਹੀਂ ਸਕਦੇ, ਪਰ ਆਪਣੇ ਆਪ ਨੂੰ ਬਚਾ ਜ਼ਰੂਰ ਸਕਦੇ ਹਾਂ। ਕਹਿੰਦੇ ਡਿਊਰਿੰਗ ਲਾਈਟਨਿੰਗ ਐਂਡ ਥੰਡਰ ਸਟੋਰਮ, ਜਦੋਂ ਇਹੋ ਜਿਹੇ ਤੂਫਾਨ ਆਉਂਦੇ ਨੇ, ਬਿਜਲੀ ਲਿਸ਼ਕਦੀ ਹੈ, ਨੋ ਓਪਨ ਪਲੇਸ ਇਜ਼ ਸੇਫ, ਖੁੱਲ੍ਹਾ ਥਾਂ ਜਿੱਥੇ ਉੱਪਰ ਛੱਤ ਨਹੀਂ ਹੈਗੀ
वो कोई भी सुरक्षित नहीं हैगा, ਇਹ ਗੱਲ ਖਿਆਲ ਰੱਖਣੀ ਹੈ। नो ओपन प्लेस इज सेफ। ਸਾਊਂਡ ਆਫ ਥੰਡਰ ਇਜ਼ ਐਨ ਅਲਰਟ ਟੂ ਰਸ਼ ਟੂ ਅ ਸੇਫਰ ਪਲੇਸ। ਜਦੋਂ ਤੁਸੀਂ ਕੋਈ ਬਿਜਲੀ ਕੜਕਦੀ ਦੀ ਆਵਾਜ਼ ਸੁਣੋ ਤੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਕਿਸੇ ਸੁਰੱਖਿਅਤ ਥਾਂ ਤੇ, ਖੁੱਲੇ ਖਾਲੀ ਥਾਂ ਤੋਂ ਹਟ ਕੇ ਸੇਫ ਥਾਂ ਤੇ ਚਲੇ ਜਾਓ, ਠੀਕ ਹੈ, ਕਿਉਂਕਿ ਖੁੱਲੇ ਥਾਂ ਤੇ ਖਤਰਾ ਜ਼ਿਆਦਾ ਹੈ। ਆਫਟਰ ਹੀਅਰਿੰਗ ਦੀ ਲਾਸਟ ਥੰਡਰ ਵੇਟ ਫॉर ਸਮ ਟਾਈਮ ਬਿਫੋਰ ਕਮਿੰਗ ਆਊਟ ਆਫ ਦੀ ਸੇਫ ਪਲੇਸ। ਜੇ ਬਾਹਰ ਜਾਣਾ ਜ਼ਰੂਰੀ ਨਹੀਂ, ਠੀਕ ਹੈ ਨਾ, ਵੈਸੇ ਤਾਂ ਜਾਣ ਤੋਂ ਪਿਆਰੀ ਕੋਈ ਚੀਜ਼ ਨਹੀਂ, ਜੇ ਇਹੋ ਜਿਹੀ ਬਿਜਲੀ ਕੜਕ ਰਹੀ ਹੈ ਤੇ ਅਸੀਂ ਕਿਸੇ ਕੰਮ ਤੇ ਬਾਹਰ ਜਾਣ ਦੀ ਤਿਆਰੀ ਕਰ ਰਹੇ ਸੀ ਤੇ ਸਾਨੂੰ ਚਾਹੀਦਾ ਕਿ ਅਸੀਂ ਕੁਝ ਘੰਟੇ ਵੇਟ ਕਰ ਲਈਏ। ਜਦੋਂ ਤੂਫਾਨ ਦਾ ਦੌਰ ਚਲਾ ਜਾਏ, ਬਿਜਲੀ ਕੜਕਣੀ ਬੰਦ ਹੋ ਜਾਏ, ਫਿਰ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ। ਬਿਜਲੀ ਕੜਕਦੀ ਤੇ ਸਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ, ਖਤਰਾ ਉਹਦੇ ਨਾਲ ਵੱਧ ਜਾਂਦਾ ਹੈ। ਸੋ ਦੇਖੀਏ, ਫਾਈਂਡਿੰਗ ਅ ਸੇਫ ਪਲੇਸ, ਮਤਲਬ ਸੁਰੱਖਿਅਤ ਥਾਂ ਕਿਹੜਾ ਮੰਨਿਆ ਜਾਏਗਾ। ਅ ਹਾਊਸ ਔਰ ਅ ਬਿਲਡਿੰਗ ਇਜ਼ ਅ ਸੇਫ ਪਲੇਸ। ਕਿਸੇ ਵੀ ਇਮਾਰਤ ਦੇ ਅੰਦਰ, ਕਿਸੇ ਵੀ ਘਰ ਦੇ ਅੰਦਰ, ਛੱਤ ਦੇ ਥੱਲੇ ਤੁਸੀਂ ਮਹਿਫੂਜ਼ ਹੋ, ਸੇਫ ਹੋ, ਸੁਰੱਖਿਅਤ ਹੋ, ਖੁੱਲੇ ਥਾਂ ਦੇ ਨਾਲੋਂ। ਇਫ ਯੂ ਆਰ ਟਰੈਵਲਿੰਗ ਬਾਈ ਕਾਰ ਔਰ ਬਾਈ ਬੱਸ, ਜੇ ਤੁਸੀਂ ਬੱਸ ਔਰ ਕਾਰ ਰਾਹੀਂ ਸਫ਼ਰ ਕਰ ਰਹੇ ਹੋ, ਯੂ ਆਰ ਸੇਫ ਇਨਸਾਈਡ ਵਿਦ ਵਿੰਡੋਜ਼ ਐਂਡ ਡੋਰਸ ਆਫ ਦਾ ਵਹੀਕਲ ਸ਼ਟ। ਦਰਵਾਜ਼ੇ ਬੰਦ ਹੋਣ, ਖਿੜਕੀਆਂ ਬੰਦ ਹੋਣ, ਅੰਦਰ ਬੈਠੇ ਰਹੋ, ਜੇ ਬਾਹਰ ਨਿਕਲਣ ਦੀ ਲੋੜ ਨਹੀਂ। ਜੇ ਬਾਹਰ ਨਿਕਲਣਾ ਅਵੋਇਡ ਕੀਤਾ ਜਾ ਸਕਦਾ ਹੈ ਤੇ ਬੱਸ ਦੇ ਵਿੱਚ, ਕਾਰ ਦੇ ਵਿੱਚ, ਟਰੱਕ ਦੇ ਵਿੱਚ, ਗੱਡੀ ਦੇ ਵਿੱਚ ਜਿੱਥੇ ਦਰਵਾਜ਼ੇ ਬੰਦ ਰਹਿਣ, ਸ਼ੀਸ਼ੇ ਬੰਦ ਰਹਿਣ, ਉੱਥੇ ਯੂ ਆਰ ਸੇਫਰ ਇਨਸਾਈਡ ਦੈਨ ਆਊਟਸਾਈਡ। ਸੋ ਡੂ ਨਾਟ ਸਟੈਪ ਆਊਟਸਾਈਡ, ਠੀਕ ਹੈ। ਆਓ ਅੱਗੇ ਚਲੀਏ। ਇਨ ਥੰਡਰ ਸਟੋਰਮਸ ਓਪਨ ਵਹੀਕਲਸ, ਜਿਹੜੇ ਖੁੱਲੇ ਵਾਹਨ ਹਨ, ਜਿਵੇਂ ਮੋਟਰ ਬਾਈਕਸ, ਸਕੂਟਰ ਹੋ ਗਏ, ਟਰੈਕਟਰ ਹੋ ਗਏ, ਬੰਦੇ ਖੇਤ ਵਾਰੇ ਹੁੰਦੇ ਨੇ, ਕੰਸਟਰਕਸ਼ਨ ਮਸ਼ੀਨਰੀ ਜਿਹੜੀ ਹੈ ਇਹ ਵੀ ਖੁੱਲੀ ਹੁੰਦੀ ਹੈ, ਇਹਦੇ ਉੱਪਰ ਕੁਝ ਨਹੀਂ ਹੁੰਦਾ, ਆਲੇ ਦੁਆਲੇ ਖੁੱਲਾ ਹੁੰਦਾ ਹੈ। ਓਪਨ ਕਾਰਸ, ਕਈ ਕਾਰਾਂ ਐਸੀਆਂ ਹੁੰਦੀਆਂ ਜਿਹੜੀਆਂ ਖੁੱਲੀਆਂ, ਜੀਪਾਂ ਹੁੰਦੀਆਂ ਨੇ, ਆਰ ਨੋਟ ਸੇਫ ਫਰੋਮ ਲਾਈਟਨਿੰਗ ਸਟ੍ਰੋਕਸ। ਇਹ ਬਿਜਲੀ ਦੇ ਡਿੱਗਣ ਤੋਂ ਸੁਰੱਖਿਅਤ ਨਹੀਂ ਹੈਗੀਆਂ, ਇਹ ਸਭ ਆਪਣੇ ਆਪ ਨੂੰ ਖਤਰੇ 'ਚ ਪਾ ਰਹੀਆਂ ਨੇ ਜੇ ਇਸ ਤਰ੍ਹਾਂ ਇਹੋ ਜਿਹੇ ਮੌਕੇ 'ਤੇ ਜੇ ਬਾਹਰ ਘੁੰਮ ਰਹੇ ਨੇ, ਠੀਕ ਹੈ। ਓਪਨ ਫੀਲਡਸ, ਖੁੱਲੇ ਖੇਤ, ਟਾਲ ਟਰੀਜ਼, ਉੱਚੇ ਉੱਚੇ ਰੁੱਖ, ਸ਼ੈਲਟਰਸ ਇਨ ਪਾਰਕ, ਜਿਹੜੇ ਪਾਰਕ 'ਚ ਮਾੜੀ ਜਿਹੀ ਉਹਦੇ ਛੱਤ ਜੀ ਬਣੀ ਹੁੰਦੀ ਹੈ ਪਰ ਆਲੇ ਦੁਆਲੇ ਕੋਈ ਕੰਧ ਕੁੰਧ ਨਹੀਂ ਹੁੰਦੀ, ਠੀਕ ਹੈ ਨਾ, ਉਹ ਖੁੱਲੇ ਹੁੰਦੇ ਨੇ, ਸਿਰਫ ਮਾੜਾ ਜਿਹਾ ਇੱਕ ਉਹ ਛਤਰੀ ਵਾਂਗੂ ਬਣਾਇਆ ਹੁੰਦਾ ਮਾੜਾ ਜਿਹਾ। ਐਲੀਵੇਟਿਡ ਪਲੇਸਿਸ, ਜੇ ਉੱਚੇ ਥਾਂ ਨੇ, ਪਹਾੜੀ ਇਲਾਕਾ ਵੀ ਹੈ ਜਾਂ ਉੱਤੇ ਛੱਤ ਹੈਗੀ ਹੈ, ਕਿਤੇ ਹੋਰ ਹੈਗੀ ਹੈ, ਉਹ ਵੀ ਬੜੇ ਖਤਰਨਾਕ ਨੇ। ਦੇ ਆਰ ਨਾਟ ਸੇਫ ਐਟ ਆਲ। ਐਲੀਵੇਟਿਡ ਮੈਨੇ ਰੇਜ਼ਡ, ਟਿੱਬੇ ਦੇ ਉੱਤੇ, ਉੱਚੇ ਥਾਂ ਦੇ ਉੱਤੇ ਜਿਹੜੇ ਥਾਂ ਨੇ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਹੈਗੇ। ਲੰਬੇ ਉੱਚੇ ਰੁੱਖ ਜਿਹੜੇ ਨੇ ਉਹ ਵੀ ਸੁਰੱਖਿਅਤ ਨਹੀਂ ਹੈਗੇ। ਲਾਈਟਨਿੰਗ ਕੈਨ ਸਟ੍ਰਾਈਕ ਟੈਲੀਫੋਨ ਕਾਰਡਸ, ਜਿਹੜੀਆਂ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਆ ਰਹੀਆਂ ਨੇ ਉਹਨਾਂ 'ਚ ਬਿਜਲੀ ਜਾ ਸਕਦੀ ਹੈ। ਇਲੈਕਟ੍ਰੀਕਲ ਵਾਇਰਸ, ਉਹਨਾਂ 'ਚ ਜਾ ਸਕਦੀ, ਜਿਹੜੀ ਬਿਜਲੀ ਤਾਰਾਂ ਲੱਗੀਆਂ ਹੋਈਆਂ ਖੰਭਿਆਂ ਦੀਆਂ। ਮੈਟਲ ਪਾਈਪਸ, ਜੇ ਕਿਤੇ ਪਾਈਪ ਹੈਗੇ ਨੇ ਧਾਤੂ ਦੇ ਬਣੇ ਹੋਏ, ਜਿਸਤ ਦੇ, ਜਿਹੜੇ ਆਮ ਪਾਈਪ ਹੁੰਦੇ, ਲੋਹੇ ਦੇ, ਸਟੀਲ ਦੇ, ਇਹ ਸਾਰਿਆਂ ਵਿੱਚ ਬੜੀ ਤੇਜ਼ੀ ਨਾਲ ਬਿਜਲੀ ਜਾ ਸਕਦੀ ਹੈ। ਡਿਊਰਿੰਗ ਅ ਥੰਡਰ ਸਟੋਰਮ ਕੰਟੈਕਟ ਵਿਦ ਦੀਜ਼ ਸ਼ੁੱਡ ਬੀ ਅਵੋਇਡਡ। ਜਦੋਂ ਬਿਜਲੀ ਕੜਕ ਰਹੀ ਹੋਵੇ, ਤੂਫਾਨ ਆ ਰਿਹਾ ਹੋਵੇ ਤੇ ਟੈਲੀਫੋਨ ਦੀਆਂ ਤਾਰਾਂ, ਬਿਜਲੀ ਦੀ ਤਾਰਾਂ, ਮੈਟਲ ਦੇ ਪਾਈਪ, ਧਾਤੂ ਦੇ ਪਾਈਪ, ਮੈਟਲ ਕੰਡਕਟਿੰਗ ਮਟੀਰੀਅਲ ਜਿੰਨਾ ਵੀ ਹੈ, ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅੱਗੇ ਚਲੀਏ। ਡੂਜ਼ ਐਂਡ ਡੋਂਟਸ ਡਿਊਰਿੰਗ ਅ ਥੰਡਰ ਸਟੋਰਮ ਇਫ ਆਊਟਸਾਈਡ। ਜੇ ਤੁਸੀਂ ਬਾਹਰ ਹੋਵੋ ਤੇ ਉਹ ਕਿਹੜੇ ਕੰਮ ਨੇ ਜਿਹੜੇ ਕਰਨੇ ਨੇ ਤੇ ਕਿਹੜੇ ਕੰਮ ਨੇ ਜਿਹੜੇ ਨਹੀਂ ਕਰਨੇ ਜਦੋਂ ਬਿਜਲੀ ਲਿਸ਼ਕ ਰਹੀ ਹੋਵੇ, ਜਦੋਂ ਤੂਫਾਨ ਆ ਰਿਹਾ ਹੋਵੇ। ਡੂ ਨਾਟ ਕੈਰੀ ਐਨ ਅੰਬਰੇਲਾ ਡਿਊਰਿੰਗ ਥੰਡਰ ਸਟੋਰਮਸ। ਜਦੋਂ ਬਿਜਲੀ ਕੜਕ ਰਹੀ ਹੋਵੇ, ਛਤਰੀ ਲੈ ਕੇ ਬਾਹਰ ਨਾ ਜਾਓ। ਛਤਰੀ ਦੇ ਨਾਲ ਖੇਤਰਫਲ ਵੱਧ ਜਾਂਦਾ ਹੈ, ਉਹਦਾ ਉਹ ਫੈਲ ਜਾਂਦੀ ਹੈ, ਉਹਦਾ ਏਰੀਆ ਵੱਧ ਗਿਆ ਤੇ ਉਹਦਾ ਜਿਹੜਾ ਫਰੇਮ ਹੈਗਾ ਉਹ ਵੀ ਮੈਟਲ ਦਾ ਬਣਿਆ ਹੁੰਦਾ, ਲੋਹੇ ਦਾ ਬਣਿਆ ਹੁੰਦਾ, ਤੁਸੀਂ ਦੇਖਿਆ ਹੋਣਾ ਹੈ ਨਾ, ਜਾਂ ਉਹ ਕਈ ਵਾਰ ਗੈਲਵੇਨਾਈਜ਼ਡ ਆਇਰਨ ਹੁੰਦਾ ਹੈ, ਜਾਂ ਫਿਰ ਉਹ ਬਰਾਸ ਦਾ ਹੁੰਦਾ ਜਾਂ ਕਿਸੇ ਹੋਰ ਮਟੀਰੀਅਲ ਦਾ ਹੁੰਦਾ। ਉਹਦਾ ਜਿਹੜਾ ਫਰੇਮ ਹੈ, ਉਹਦੀ ਜਿਹੜੀ ਰੋਡ ਹੈਗੀ ਹੈ ਉਹ ਵੀ ਸਟੀਲ ਦੀ ਬਣੀ ਹੁੰਦੀ ਹੈ। ਸੋ ਡੂ ਨਾਟ ਕੈਰੀ ਐਨ ਅੰਬਰੇਲਾ ਡਿਊਰਿੰਗ ਥੰਡਰ ਸਟੋਰਮ। ਇਨ ਅ ਫੋਰੈਸਟ, ਜੇ ਤੁਸੀਂ ਜੰਗਲ ਵਿੱਚ ਹੈਗੇ ਹੋ ਜਿੱਥੇ ਰੁੱਖ ਹੈਗੇ ਨੇ ਬੜੇ ਸਾਰੇ, ਟੇਕ ਸ਼ੈਲਟਰ ਅੰਡਰ ਸ਼ਾਰਟਰ ਟਰੀਜ਼। ਜਿਹੜੇ ਰੁੱਖ ਛੋਟੇ ਕੱਦ ਦੇ ਨੇ ਉਹਨਾਂ ਦੇ ਥੱਲੇ ਆਸਰਾ ਲਵੋ, ਲੰਬੇ ਰੁੱਖਾਂ ਦੇ ਥੱਲੇ ਆਸਰਾ ਨਾ ਲਵੋ। ਲੰਬਾ ਜਿਹੜਾ ਰੁੱਖ ਹੈਗਾ ਉਹ ਉੱਪਰ ਨੂੰ ਹੈਗਾ, ਆਕਾਸ਼ ਵਿੱਚ ਜ਼ਿਆਦਾ ਉਚਾਈ 'ਤੇ ਹੈਗਾ, ਉਹ 'ਤੇ ਬਿਜਲੀ ਡਿੱਗਣ ਦਾ ਚਾਂਸ ਜ਼ਿਆਦਾ ਹੈਗਾ। ਜਿਹੜੇ ਰੁੱਖ ਛੋਟੇ ਕੱਦ ਦੇ ਨੇ, ਛੋਟੀ ਉਚਾਈ ਦੇ ਨੇ, ਉਹਨਾਂ 'ਤੇ ਬਿਜਲੀ ਡਿੱਗਣ ਦਾ ਚਾਂਸ ਘੱਟ ਹੈਗਾ। ਇਸ ਕਰਕੇ ਜੇ ਆਸਰਾ ਤੱਕਣਾ ਹੈ ਤੇ ਜਿਹੜੇ ਛੋਟੇ ਰੁੱਖ ਨੇ ਉਹਦੇ ਥੱਲੇ ਜਾ ਕੇ ਖੜੇ ਹੋਣਾ ਹੈ, ਲੰਬੇ ਰੁੱਖਾਂ ਦੇ ਥੱਲੇ ਜਾ ਕੇ ਖੜੇ ਨਹੀਂ ਹੋਣਾ। ਸਟੇ ਅਵੇ ਫਰਮ ਪੋਲਸ ਔਰ ਅਦਰ ਮੈਟਲ ਆਬਜੈਕਟਸ। ਬਿਜਲੀ ਦੇ ਖੰਭਿਆਂ ਤੋਂ ਦੂਰ ਖੜੇ ਰਹੋ,
ਜੇ ਚਾਹੇ ਉਹ ਸੀਮੈਂਟ ਦੇ ਖੰਭੇ ਹੋਣ, ਚਾਹੇ ਉਹ ਲੋਹੇ ਦੇ ਖੰਭੇ ਹੋਣ, ਹੈ ਨਾ, ਜਿਸਤ ਦੇ ਖੰਭੇ ਹੋਣ, ਜਿੱਥੇ ਤਾਰਾਂ ਉੱਤੋਂ ਦੀ ਜਾ ਰਹੀਆਂ ਉਹਦੇ ਨੇੜੇ ਬਿਲਕੁਲ ਨਹੀਂ ਖੜੇ ਹੋਣਾ। ਡੂ ਨਾਟ ਲਾਈ ਔਨ ਦਾ ਗਰਾਊਂਡ। ਕਈ ਬੰਦੇ ਕਹਿੰਦੇ ਥੱਲੇ ਲੰਮੇ ਪੈ ਜਾਓ, ਨਹੀਂ ਲੰਮੇ ਨਹੀਂ ਪੈਣਾ। ਲੰਮੇ ਪੈਣ ਦੇ ਨਾਲ ਵੀ ਤੁਹਾਡਾ ਖੇਤਰਫਲ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇੰਸਟੈਡ ਸਕੁਆਟ ਲੋ ਔਨ ਦੀ ਗਰਾਊਂਡ। ਪੈਰਾਂ ਭਾਰ ਥੱਲੇ ਬਹਿ ਜਾਓ ਤੇ ਗੋਡਿਆਂ ਨੂੰ ਆਪਣੀ ਬਾਹਾਂ ਦੇ ਵਿੱਚ ਲੈ ਲਓ ਤੇ ਸਿਰ ਨੂੰ ਗੋਡਿਆਂ ਵਿੱਚ ਦੇ ਲਓ। ਹੁਣੇ ਤੁਹਾਨੂੰ ਅੱਗੇ ਫੋਟੋ ਦਿਖਾਵਾਂਗੇ, ਠੀਕ ਹੈ, ਕਿੱਦਾਂ ਬਹਿਣਾ ਹੈ। ਪਲੇਸ ਯੂਰ ਹੈਂਡਸ ਔਨ ਯੂਰ ਨੀਜ਼। ਆਪਣੇ ਜਿਹੜੇ ਹੱਥ ਗੋਡਿਆਂ ਤੇ ਰੱਖ ਲਓ। ਵਿਦ ਯੂਰ ਹੈਡ ਬਿਟਵੀਨ ਦਾ ਹੈਂਡਸ। ਦਿਸ ਪੋਜੀਸ਼ਨ ਮੇਕਸ ਵਨ ਦੀ ਸਮੋਲੈਸਟ ਟਾਰਗੇਟ ਟੂ ਬੀ ਸਟਕ। ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਇੱਕ ਨਿਸ਼ਾਨੇ ਦੇ ਵਜੋਂ ਬਹੁਤ ਛੋਟਾ ਤੁਹਾਡਾ ਖੇਤਰਫਲ ਬਣ ਜਾਂਦਾ। ਤੁਸੀਂ ਇੱਕ ਬਿੰਦੂ ਦੇ ਰੂਪ ਵਿੱਚ ਬਣ ਜਾਂਦੇ ਹੋ। ਜਿਹੜੇ ਲੰਬੇ ਹੁੰਦੇ ਹੋ ਤੇ ਤੁਹਾਡਾ ਖੇਤਰਫਲ ਜ਼ਿਆਦਾ ਹੁੰਦਾ ਹੈ, ਤੁਹਾਡੇ ਕਿਸੇ ਵੀ ਸਿਰੇ ਤੇ ਬਿਜਲੀ ਡਿੱਗ ਸਕਦੀ ਹੈ, ਤੁਹਾਡਾ ਐਕਸਪੋਜਰ ਜ਼ਿਆਦਾ ਹੋ ਜਾਂਦਾ ਹੈ। ਆਓ ਦੇਖੀਏ, ਇਹ ਦੇਖੋ ਇਸ ਤਰ੍ਹਾਂ ਬੈਠਣਾ ਹੈ। ਹੁਣ ਜੇ ਤੁਸੀਂ ਲੰਮੇ ਪਵੋਗੇ ਤੇ ਤੁਹਾਡਾ ਖੇਤਰਫਲ ਇੰਨਾ ਜ਼ਿਆਦਾ ਆ ਜਾਏਗਾ। ਹੁਣ ਕੀ ਹੋਇਆ, ਤੁਹਾਡਾ ਚੌੜਾਈ ਇੰਨੀ ਕੀ ਆ ਗਈ, ਬਸ ਇੰਨੇ ਆਕਾਸ਼ ਦੇ ਵਿੱਚ ਇੰਨਾ ਤੇ ਇੰਨਾ। ਸੋ ਇਹਨਾਂ ਤੁਹਾਡਾ ਇੱਕ ਛੋਟਾ ਜਿਹਾ ਬਿੰਦੂ ਦੇ ਰੂਪ ਵਿੱਚ ਹੋ ਗਏ ਤੇ ਬਿਜਲੀ ਇੱਥੇ ਪੈ ਸਕਦੀ ਹੈ, ਇੱਥੇ ਪੈ ਸਕਦੀ, ਪਰੇ ਪੈ ਸਕਦੀ ਹੈ। ਤੁਹਾਡੇ ਉੱਤੇ ਪੈਣ ਦੀ ਸੰਭਾਵਨਾ ਜਿਹੜੀ ਹੈ ਉਹ ਡਰਾਸਟਿਕਲੀ ਬਹੁਤ ਵੱਡੀ ਪੱਧਰ ਤੇ ਘਟ ਜਾਏਗੀ, ਰਿਡਿਊਸ ਹੋ ਜਾਏਗੀ। ਜੇ ਤੁਸੀਂ ਓਪਨ ਥਾਂ ਤੇ ਹੈਗੇ ਹੋ, ਜਿੱਥੇ ਕੋਈ ਸ਼ੈਲਟਰ ਨਹੀਂ ਮਿਲ ਰਿਹਾ, ਕੋਈ ਛੋਟਾ ਪੇੜ ਨਹੀਂ ਮਿਲ ਰਿਹਾ, ਤੇ ਲੰਮੇ ਨਹੀਂ ਪੈਣਾ, ਇੱਦਾਂ ਕਰਕੇ ਬਹਿ ਜਾਣਾ ਹੈ। ਠੀਕ ਹੈ, ਅੱਗੇ ਚਲੀਏ। ਡੂਜ਼ ਐਂਡ ਡੋਂਟਸ ਡਿਊਰਿੰਗ ਅ ਥੰਡਰ ਸਟੋਰਮ ਇਫ ਇਨਸਾਈਡ। ਜੇ ਤੁਸੀਂ ਘਰ ਦੇ ਅੰਦਰ ਹੋ, ਬਿਜਲੀ ਲਿਸ਼ਕ ਰਹੀ ਹੋਵੇ, ਬਿਜਲੀ ਕੜਕ ਰਹੀ ਹੋਵੇ, ਫੇਰ ਕੀ ਕਰਨਾ ਹੈ। ਦੋ ਮੋਬਾਈਲ ਫੋਨਸ ਐਂਡ ਕਾਰਡਲੈਸ ਫੋਨਸ ਕੈਨ ਬੀ ਯੂਜ਼ਡ। It is not wise to call up a person who may be receiving the call on a landline phone. ਕਹਿੰਦੇ ਮੋਬਾਈਲ ਫੋਨ ਤੇ ਕਾਰਡਲੈਸ ਫੋਨ ਵਰਤਣੇ ਕੋਈ ਖਤਰੇ ਵਾਲੀ ਗੱਲ ਨਹੀਂ, ਪਰ ਤੁਹਾਨੂੰ ਅਚਨਚੇਤ ਇਹ ਵੀ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਨੂੰ, ਦੂਜੇ ਬੰਦੇ ਨੂੰ ਲੈਂਡਲਾਈਨ ਤੇ ਫੋਨ ਤੇ ਨਹੀਂ ਕਰਦੇ ਪਏ, ਉਹਨੂੰ ਖਤਰੇ 'ਚ ਪਾ ਰਹੇ ਹੋ। ਤੇ ਨਾ ਹੀ ਆਪਣੇ ਘਰ ਜੇ ਤੁਹਾਡੇ ਲੈਂਡਲਾਈਨ ਫੋਨ ਹੈ, ਜਦੋਂ ਬਿਜਲੀ ਕੜਕ ਰਹੀ ਹੋਵੇ, ਮੀਂਹ ਪੈ ਰਿਹਾ ਹੋਵੇ, ਤੇ ਲੈਂਡਲਾਈਨ ਫੋਨ ਤੋਂ ਫੋਨ ਨਹੀਂ ਕਰਨਾ। ਠੀਕ ਹੈ। Avoid bathing during thunderstorms to avoid contact with running water. ਪਾਣੀ ਵਗ ਰਿਹਾ ਹੈ, ਪਾਈਪ ਚੱਲ ਰਿਹਾ ਹੈ, ਲੋਹੇ ਦੇ ਪਾਈਪ ਨੇ, ਟੂਟੀਆਂ ਨੇ ਸਟੀਲ ਦੀਆਂ, ਬਰਾਂਸ ਦੀਆਂ। ਜਦੋਂ ਬਿਜਲੀ ਲਿਸ਼ਕ ਰਹੀ ਹੋਵੇ ਉਦੋਂ ਇਸ਼ਨਾਨ ਨਹੀਂ ਕਰਨਾ, ਅੱਗੇ ਪਿੱਛੇ ਕਰਨਾ, ਉਦੋਂ ਇਸ਼ਨਾਨ ਨਹੀਂ ਕਰਨਾ। ਟੂਟੀਆਂ ਵਿੱਚ, ਪਾਈਪਾਂ ਦੇ ਵਿੱਚ ਬਿਜਲੀ ਕੜਕ ਕੇ ਆ ਸਕਦੀ ਹੈ, ਪਾਣੀ ਵਗ ਰਿਹਾ ਹੁੰਦਾ ਹੈ, ਉਹਦੇ ਰਾਹੀਂ ਤੁਹਾਨੂੰ ਬਾਲਟੀ ਰਾਹੀਂ, ਮੱਗ ਰਾਹੀਂ, ਪਾਣੀ ਰਾਹੀਂ ਕਰੰਟ ਬੜੀ ਵੱਡੀ ਪੱਧਰ ਤੇ ਲੱਗ ਸਕਦਾ ਹੈ। ਸੋ ਜਦੋਂ ਲਾਈਟਨਿੰਗ ਹੋ ਰਹੀ ਹੋਵੇ ਉਦੋਂ ਇਸ਼ਨਾਨ ਨਹੀਂ ਕਰਨਾ। ਅਨਪਲੱਗ ਇਲੈਕਟ੍ਰੀਕਲ ਅਪਲਾਇੰਸਿਸ ਲਾਈਕ ਕੰਪਿਊਟਰ। ਜੇ ਤੁਹਾਡੇ ਪਲੱਗ ਲੱਗੇ ਹੋਏ ਨੇ, ਬਿਜਲੀ ਲਿਸ਼ਕ ਰਹੀ ਹੈ, ਪਲੱਗ ਬਾਹਰ ਕੱਢ ਦਿਓ। ਖਾਸ ਤੌਰ 'ਤੇ ਮਿਕਸੀ ਹੋ ਗਈ, ਟੋਸਟਰ ਹੋ ਗਿਆ, ਜਿਹੜੀ ਇਹਦੇ ਚੀਜ਼ਾਂ, ਵਾਸ਼ਿੰਗ ਮਸ਼ੀਨ ਹੋ ਗਈ, ਤੇ ਕੰਪਿਊਟਰ ਹੋ ਗਏ, ਟੀਵੀ ਹੋ ਗਏ, ਜਿਹੜੇ ਨਹੀਂ ਵਰਤੇ ਜਾ ਰਹੇ, ਇਹਨਾਂ ਨੂੰ ਕੋਸ਼ਿਸ਼ ਕਰੋ ਉਸ ਲਈ ਟੀਵੀ ਨਾ ਲਾਓ, ਟੀਵੀ ਨਾ ਦੇਖੋ, ਕੰਪਿਊਟਰ ਨਾ ਯੂਜ਼ ਕਰੋ, ਬੰਦ ਕਰ ਦਿਓ ਇਹਨਾਂ ਨੂੰ। ਠੀਕ ਹੈ, ਬੈਟਰੀ ਤੇ ਯੂਜ਼ ਕਰ ਲਓ ਕੰਪਿਊਟਰ। ਅਵੋਇਡ ਕੰਟੈਕਟ ਵਿਦ ਇਲੈਕਟ੍ਰੀਕਲ ਵਾਇਰਸ ਐਂਡ ਮੈਟਲ ਪਾਈਪਸ। ਮੈਟਲ ਪਾਈਪ ਜਿੱਥੇ ਲੱਗੇ ਹੋਏ ਨੇ ਟੂਟੀਆਂ ਦੇ, ਉਹਨਾਂ ਦੇ ਕੋਲ ਨਾ ਜਾਓ। ਇਲੈਕਟ੍ਰੀਕਲ ਵਾਇਰ ਜਿੱਥੇ ਜਾ ਰਹੀਆਂ ਉਹਦੇ ਕੋਲ ਨਹੀਂ ਜਾਣਾ। ਇਲੈਕਟ੍ਰੀਕਲ ਲਾਈਟਸ ਕੈਨ ਰਿਮੇਨ ਔਨ। ਬਿਜਲੀਆਂ ਦੀ ਜਿਹੜੀਆਂ ਬੱਤੀਆਂ ਨੇ ਉਹ ਜਗ ਸਕਦੀਆਂ ਨੇ, ਉਹ ਜਗਦੀਆਂ ਰਹਿਣ ਦਿਓ, ਉਹਦੇ ਬਾਰੇ ਡਰਨ ਦੀ ਲੋੜ ਨਹੀਂ। ਦੇ ਡੂ ਨਾਟ ਕਾਜ਼ ਐਨੀ ਹਾਰਮ। ਤਾਂ ਜਦੋਂ ਬਿਜਲੀ ਲਿਸ਼ਕ ਰਹੀ ਹੈ ਬੱਚਿਓ, ਉਦੋਂ ਵੀ ਚਲੋ ਮਿਕਸੀ ਚਲਾ ਲਈਏ, ਟੀਵੀ ਦੇਖ ਲਈਏ, ਕੰਪਿਊਟਰ ਵਰਤ ਲਈਏ, ਇਹ ਉਦੋਂ ਗੀਜ਼ਰ ਚਲਾ ਲਈਏ, ਉਦੋਂ ਇਹ ਕੰਮ ਨਹੀਂ ਕਰਨੇ। ਠੀਕ ਹੈ, ਉਦੋਂ ਇਸ਼ਨਾਨ ਵੀ ਨਹੀਂ ਕਰਨਾ। ਉਹ ਜਦ ਦੌਰ ਲੰਘ ਜਾਏ ਫਿਰ ਤੁਸੀਂ ਇਸ਼ਨਾਨ ਪਾਣੀ ਕਰਨਾ ਹੈ। ਅੱਗੇ ਚਲੀਏ। ਲਾਈਟਨਿੰਗ ਕੰਡਕਟਰ ਬੜੀ ਇੰਪੋਰਟੈਂਟ ਚੀਜ਼ ਹੈ ਜਨਰਲ ਨੌਲੇਜ ਦੀ। ਇਟ ਇਜ਼ ਅ ਡਿਵਾਈਸ ਯੂਜ਼ਡ ਟੂ ਪ੍ਰੋਟੈਕਟ ਬਿਲਡਿੰਗਸ ਫਰੋਮ ਦੀ ਇਫੈਕਟ ਆਫ ਲਾਈਟਨਿੰਗ। ਤੁਹਾਨੂੰ ਦੱਸਿਆ ਜਿਹਦੇ ਉੱਚੇ ਰੁੱਖਾਂ ਤੇ ਵੀ ਬਿਜਲੀ ਡਿੱਗਦੀ ਹੈ, ਉੱਚੀ ਬਿਲਡਿੰਗਾਂ ਤੇ ਵੀ ਬਿਜਲੀ ਡਿੱਗਦੀ ਹੈ ਤੇ ਬਿਲਡਿੰਗ ਤਬਾਹ ਹੋ ਜਾਂਦੀ ਹੈ। ਠੀਕ ਹੈ, ਉਹ ਬਿਲਡਿੰਗ ਤੇ ਲੱਖਾਂ ਰੁਪਇਆ ਲੱਗਿਆ ਹੁੰਦਾ, ਕਰੋੜਾਂ ਰੁਪਇਆ ਲੱਗਿਆ ਹੁੰਦਾ, ਤੇ ਇੱਕ ਬਿਜਲੀ ਲਿਸ਼ਕੀ ਤੇ ਤਬਾਹ ਹੋ ਗਈ। ਕਿੰਨਾ ਵੱਡਾ ਨੁਕਸਾਨ ਹੈਗਾ। ਤੇ ਇਹਨੂੰ ਬਚਾਉਣ ਲਈ ਜੁਗਾੜ ਕੀਤਾ ਜਾਂਦਾ ਹੈ। ਉਸ ਜੁਗਾੜ ਨੂੰ ਕਿਹਾ ਜਾਂਦਾ ਹੈ ਲਾਈਟਨਿੰਗ ਕੰਡਕਟਰ। ਠੀਕ ਹੈ, ਇਟ ਇਜ਼ ਫਿਟਡ ਟੂ ਪ੍ਰੋਟੈਕਟ ਦੀ ਬਿਲਡਿੰਗ ਫਰੋਮ ਦੀ ਇਫੈਕਟ ਆਫ ਲਾਈਟਨਿੰਗ ਸਟ੍ਰੋਕਸ। ਠੀਕ ਹੈ, ਆ ਮੈਟਲਿਕ ਰੋਡ, ਰੋਡ ਹੁੰਦੀ ਇੱਕ ਮੈਟਲ ਦੀ, ਹੈ ਨਾ, ਟੋਲਰ ਦੈਨ ਦਾ ਬਿਲਡਿੰਗ, ਬਿਲਡਿੰਗ ਤੋਂ ਲੰਬੀ ਹੁੰਦੀ ਹੈ, ਉਹਦੀ ਉਚਾਈ ਜ਼ਿਆਦਾ ਹੁੰਦੀ ਹੈ। ਇਜ਼ ਇੰਸਟਾਲਡ ਇਨ ਦੀ ਵਾਲਸ ਆਫ ਦੀ ਬਿਲਡਿੰਗਸ ਡਿਊਰਿੰਗ ਇਟਸ ਕੰਸਟਰਕਸ਼ਨ। ਬਿਲਡਿੰਗ ਦੇ ਕੋਨੇ ਵਿੱਚ, ਕੰਧ ਦੇ ਵਿੱਚ ਇਹ ਖੜੀ ਕੀਤੀ ਜਾਂਦੀ ਹੈ ਰੋਡ। ਠੀਕ ਹੈ, ਥੱਲਿਓਂ ਗਰਾਊਂਡ ਤੋਂ ਲੈ ਕੇ ਉੱਪਰਲਾ ਜਿਹੜਾ ਸਿਰਾ ਹੈ ਆਪਣਾ ਬਿਲਡਿੰਗ ਦਾ, ਉਹਦੇ ਤੋਂ ਵੀ ਕੁਝ ਫੁੱਟ ਹੋਰ ਉੱਪਰ ਚੱਕੀ ਜਾਂਦੀ ਹੈ। ਠੀਕ ਹੈ, ਵਨ ਐਂਡ ਆਫ ਦੀ ਰੋਡ ਇਜ਼ ਕੈਪਟ ਆਊਟ ਇਨ ਦਾ ਏਅਰ। ਜਿਹੜਾ ਛੱਤ ਦੇ ਉੱਪਰ ਜਾ ਰਿਹਾ, ਛੱਤ ਤੋਂ ਉੱਪਰ ਵੀ ਹੋਰ ਕੁਝ ਫੁੱਟ ਉੱਪਰ ਲਿਜਾ ਕੇ ਹਵਾ ਵਿੱਚ ਰੱਖ ਦਿੱਤਾ ਜਾਂਦਾ ਹੈ। ਐਂਡ ਦੀ ਅਦਰ ਐਂਡ ਇਜ਼ ਬਰੀਡ ਡੀਪ ਇਨਟੂ ਦੀ ਗਰਾਊਂਡ। ਤੇ ਨੀਹਾਂ ਦੇ ਵਿੱਚ ਥੱਲੇ ਤੱਕ ਦੂਜੇ ਸਿਰੇ ਨੂੰ ਦੱਬ ਦਿੱਤਾ ਜਾਂਦਾ ਹੈ। ਤੇ ਥੱਲੇ ਇਕੱਲਾ ਦੱਬਿਆ ਨਹੀਂ ਜਾਂਦਾ,
ਥੱਲੇ ਇਹਨੂੰ ਕਾਪਰ ਦੀ ਪਲੇਟ ਦੇ ਨਾਲ ਜੋੜ ਦਿੱਤਾ ਜਾਂਦਾ ਹੈ। ਉਹਨੂੰ ਵੈਲਡਿੰਗ ਕਰ ਦਿੱਤਾ ਜਾਂਦਾ ਜਾਂ ਬ੍ਰੇਜ਼ਿੰਗ ਕਰ ਦਿੱਤਾ ਜਾਂਦਾ ਜਾਂ ਉਹ 'ਚ ਛੇਕ ਕਰਕੇ ਰੋਡ ਨੂੰ ਉਹ ਕਾਪਰ ਦੀ ਪਲੇਟ ਵਿੱਚ ਫਸਾ ਦਿੱਤਾ ਜਾਂਦਾ ਹੈ। ਵੈਨ ਲਾਈਟਨਿੰਗ ਸਟ੍ਰਾਈਕਸ, ਜਦੋਂ ਬਿਜਲੀ ਡਿੱਗਦੀ ਹੈ। ਹੁਣ ਬੱਚੋ ਦੇਖੋ, ਇਹ ਜਿੱਦਾਂ ਹੜ੍ਹ ਨਹੀਂ ਆਉਂਦੇ, ਫਲੱਡਸ ਆਉਂਦੀ ਹੈ, ਸਾਨੂੰ ਪਤਾ ਹੈ ਕਿ ਵਾਟਰ ਆਲਵੇਜ਼ ਸੀਕਸ ਦੀ ਈਜ਼ੀਐਸਟ ਵੇ। ਹੁਣ ਮੰਨ ਲਓ ਜਿਹੜਾ ਪਿੰਡ ਹੈਗਾ, ਪਿੰਡ ਦੇ ਕੋਲ ਕੋਈ ਨਿਕਾਸੀ ਜਿਹੜੀ ਹੈ, ਪਾਣੀ ਪਹਾੜਾਂ ਤੋਂ ਆ ਰਿਹਾ, ਡੈਮ ਤੋਂ ਆ ਰਿਹਾ, ਅਗਰ ਉਹਦੇ ਲਾਗੇ ਚੋਜ ਆ ਰਿਹਾ, ਜੇ ਚੋਜ 'ਚ ਕੋਈ ਗੰਦ ਨਹੀਂ ਪਿਆ, ਕੋਈ ਰਸਤਾ ਉਹਦਾ ਬਲੌਕ ਨਹੀਂ ਹੋਇਆ, ਤੇ ਉਹਦਾ ਰਸਤਾ ਬੜਾ ਆਰਾਮ ਦੇ ਨਾਲ ਹੈਗਾ, ਤੇ ਉਹ ਕੀ ਹੋਏਗਾ, ਪਾਣੀ ਸੌਖੇ ਢੰਗ ਦੇ ਨਾਲ ਜਿਹੜਾ ਨੀਵਾਂ ਥਾਂ ਹੈ ਚੋਏ ਉਹ ਚੋਂ ਲੰਘ ਕੇ ਚਲਾ ਜਾਏਗਾ, ਪਿੰਡ ਵਿੱਚ ਫਲੱਡਿੰਗ ਨਹੀਂ ਹੋਏਗੀ। ਪਰ ਜੇ ਚੋਅ ਨੂੰ ਪੂਰ ਦਿੱਤਾ ਜਾਵੇ, ਉੱਥੇ ਬਿਲਡਿੰਗਾਂ ਬਣਾ ਦਿੱਤੀਆਂ ਜਾਣ ਤੇ ਪਾਣੀ ਨੇ ਆਪਣਾ ਰਾਹ ਤੇ ਲੱਭਣਾ, ਉਹ ਫਿਰ ਕੀ ਹੋਏਗਾ, ਫਲੱਡਿੰਗ ਕਿੱਥੇ ਹੋ ਜਾਏਗੀ, ਜਿਹੜਾ ਪਿੰਡ ਹੈਗਾ ਉਹਨੂੰ ਰੋੜ ਕੇ ਲੈ ਜਾਏਗਾ। ਜਿਸ ਤਰ੍ਹਾਂ ਬੱਚਿਓ ਪਾਣੀ ਆਪਣਾ ਸੌਖਾ ਰਾਹ ਲੱਭਦਾ ਹੈ, ਇਸੀ ਤਰ੍ਹਾਂ ਬਿਜਲੀ ਵੀ ਆਪਣਾ ਸੌਖਾ ਰਾਹ ਲੱਭਦੀ ਹੈ। ਠੀਕ ਹੈ। ਹੁਣ ਜੇ ਬਿਲਡਿੰਗ, ਜੇ ਮੰਨ ਲਓ ਜੇ ਬਿਜਲੀ ਦੇ ਕੋਲ ਲਾਗੇ ਇੱਕ ਬਿਲਡਿੰਗ ਹੈਗੀ ਸੀਮੈਂਟ ਦੀ, ਤੇ ਨਾਲ ਹੀ ਲਾਗੇ ਉਹਦੇ ਬਿਲਕੁਲ ਜੁੜਿਆ ਹੋਇਆ ਲੋਹੇ ਦਾ ਪਾਈਪ ਹੈਗਾ, ਤੇ ਬਿਜਲੀ ਬਿਲਡਿੰਗ ਵਿੱਚੋਂ ਨਹੀਂ ਜਾਏਗੀ, ਬਿਜਲੀ ਲੋਹੇ 'ਚੋਂ ਜਾਏਗੀ। ਕਿਉਂ? ਕਿਉਂਕਿ ਲੋਹੇ 'ਚੋਂ ਬਿਜਲੀ ਜ਼ਿਆਦਾ ਸਪੀਡ ਨਾਲ ਜਾਂਦੀ ਹੈ। ਮਤਲਬ ਕਿ ਬਿਜਲੀ ਵਾਸਤੇ ਲੋਹੇ ਰਾਹੀਂ ਜਾਣਾ ਉਹਦਾ ਸੌਖਾ ਰਾਹ ਹੈ। ਜਿਵੇਂ ਪਾਣੀ ਸੌਖਾ ਰਾਹ ਲੱਭਦਾ ਹੈ, ਇਸੀ ਤਰ੍ਹਾਂ ਬਿਜਲੀ ਵੀ ਸੌਖਾ ਰਾਹ ਲੱਭਦੀ ਹੈ। ਸੋ ਵੈਨ ਲਾਈਟਨਿੰਗ ਸਟ੍ਰਾਈਕਸ, the rod provides easy and quick passage for the transfer of electric charge to the ground and the building remains unharmed। ਬਿਲਡਿੰਗ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ, ਤੇ ਜਿਹੜੀ ਉਹ ਵੋਲਟ, ਹਜ਼ਾਰਾਂ ਵੋਲਟ ਵਿੱਚ ਬਿਜਲੀ ਹੁੰਦੀ ਹੈ ਜੋ ਲਾਈਟਨਿੰਗ ਸਟ੍ਰਾਈਕ ਕਰਦੀ ਹੈ, ਉਹ ਰੋਡ ਰਾਹੀਂ ਬਿਜਲੀ ਬੜੇ ਆਰਾਮ ਨਾਲ ਥੱਲੇ ਧਰਤੀ ਵਿੱਚ ਚਲੀ ਜਾਂਦੀ ਹੈ, ਅਰਥਿੰਗ ਹੋ ਜਾਂਦੀ ਹੈ, ਤੇ ਬਿਲਡਿੰਗ ਨੂੰ ਕੁਛ ਨਹੀਂ ਹੁੰਦਾ। ਇਹ ਸਾਰੀ ਕਰਾਮਾਤ ਹੁੰਦੀ ਹੈ ਬੱਚੋ ਲਾਈਟਨਿੰਗ ਕੰਡਕਟਰ ਦੀ। ਤੇ ਲਾਈਟਨਿੰਗ ਕੰਡਕਟਰ ਦੇ ਪਿੱਛੇ ਕਰਾਮਾਤ ਕਿਹੜੀ ਹੈਗੀ ਹੈ? ਉਹ ਹੈਗਾ ਗਿਆਨ, ਨੌਲੇਜ। ਜਦੋਂ ਬੰਦਾ ਖੋਜ ਕਰਦਾ ਹੈ, ਕਿਤਾਬਾਂ ਪੜ੍ਹਦਾ ਹੈ, ਗਿਆਨ ਹਾਸਿਲ ਕਰਦਾ ਹੈ, ਉਹਨੂੰ ਫਿਰ ਇੰਪਲੀਮੈਂਟ ਕਰਦਾ ਹੈ, ਤੇ ਉਹਦਾ ਜੀਵਨ ਜਿਹੜਾ ਹੈ ਬੜਾ ਵਧੀਆ ਤੇ ਸੁਖਾਲਾ ਹੋ ਜਾਂਦਾ ਹੈ। ਹੁਣ ਤੁਹਾਨੂੰ ਦਿਖਾਵਾਂਗੇ ਤੁਹਾਡੀ ਕਿਤਾਬ 'ਚੋਂ ਲੈ ਕੇ ਤਸਵੀਰ ਕਿ ਇਲੈਕਟ੍ਰੀਕਲ ਜਿਹੜਾ ਹੈਗਾ ਉਹ ਕਿਵੇਂ ਕੰਮ ਕਰਦਾ ਹੈ। ਦੀ ਮੈਟਲ ਕਾਲਮਸ ਯੂਜ਼ਡ ਡਿਊਰਿੰਗ ਕੰਸਟਰਕਸ਼ਨ, ਇੱਕ ਤਾਂ ਇਲੈਕਟ੍ਰਿਕ ਲਾਈਟਨਿੰਗ ਕੰਡਕਟਰ ਤਾਂ ਹੈਗਾ ਹੀ ਹੈ, ਪਰ ਬੱਚੋ ਬਿਲਡਿੰਗਾਂ ਵਿੱਚ ਲੈਂਟਰ ਪਾ ਕੇ ਨਾ, ਜਿਹੜੇ ਉਹ ਲੈਂਟਰ ਵਾਂਗੂ ਲੋਹੇ ਦੀ ਰੋਡਾਂ ਦੇ ਚੌਰਸ ਕਰਕੇ ਮੈਟਲ ਦੇ ਕਾਲਮ ਵੀ ਬਣਾਏ ਜਾਂਦੇ ਨੇ। ਉਹ ਮੈਟਲ ਕਾਲਮ ਵੀ ਕੁਝ ਹੱਦ ਤੱਕ ਲਾਈਟਨਿੰਗ ਕੰਡਕਟਰ ਦਾ ਕੰਮ ਕਰਦੇ ਨੇ, ਉਹ ਵੀ ਮਦਦ ਕਰਦੇ ਨੇ। ਤੇ ਬਿਲਡਿੰਗ ਦੇ ਉੱਪਰ ਤੋਂ ਥੱਲੇ ਤੱਕ ਜਿਹੜੇ ਪਾਈਪ ਹੈਗੇ ਨੇ, ਨਿਕਾਸੀ ਦੇ ਪਾਈਪ ਹੈਗੇ ਨੇ, ਹੈ ਨਾ, ਪਾਣੀ ਦੀ ਨਿਕਾਸੀ ਦੇ ਪਾਈਪ ਨੇ ਜਾਂ ਪਾਣੀ ਦੀ ਸਪਲਾਈ ਦੇ ਪਾਈਪ ਨੇ, ਉਹ ਵੀ ਕੁਝ ਹੱਦ ਤੱਕ ਮੈਟਲ ਕੰਡਕਟਰ, ਲਾਈਟਨਿੰਗ ਕੰਡਕਟਰ ਦਾ ਕੰਮ ਕਰਦੇ ਨੇ। ਉਹਨਾਂ ਰਾਹੀਂ ਵੀ ਬਿਜਲੀ ਚਲੀ ਜਾਂਦੀ ਹੈ। ਪਰ ਬਾਵਜੂਦ ਇਸ ਦੇ ਜਦੋਂ ਕਰੋੜਾਂ ਰੁਪਇਆ ਬਿਲਡਿੰਗ 'ਤੇ ਖਰਚਾ ਜਾ ਰਿਹਾ ਹੈ, ਤੇ ਕੁਛ ਹਜ਼ਾਰ, ਕੁਛ ਲੱਖ ਰੁਪਏ ਲਾਈਟਨਿੰਗ ਕੰਡਕਟਰ 'ਤੇ ਲਾਉਣ ਦਾ ਸਰਫਾ ਕੰਜੂਸੀ ਨਹੀਂ ਕਰਨੀ ਚਾਹੀਦੀ। ਠੀਕ ਹੈ। The metal columns used during construction, electrical wires and water pipes in the building also protect us to an extent, कुछ हद तक। ठीक है। But they should not be touched during a thunderstorm। ਜਿਵੇਂ ਪਹਿਲੇ ਦੱਸਿਆ, ਜਦੋਂ ਬਿਜਲੀ ਲਿਸ਼ਕਰੀ ਹੋਵੇ ਤੇ ਬਿਜਲੀ ਦੀ ਤਾਰਾਂ ਤੋਂ, ਬਿਜਲੀ ਦੇ ਯੰਤਰਾਂ ਤੋਂ, ਮੈਟਲ ਦੇ ਪਾਈਪਸ ਤੋਂ, ਬਿਜਲੀ ਦੇ ਖੰਭਿਆਂ ਤੋਂ, ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹਨਾਂ ਦੇ ਲਾਗੇ ਛਾਗੇ ਨਹੀਂ ਜਾਣਾ ਚਾਹੀਦਾ, ਇਹਨਾਂ ਦੇ ਕੋਲ ਵੀ ਖੜੇ ਨਹੀਂ ਹੋਣਾ ਚਾਹੀਦਾ। ਹੱਥ ਲਾਉਣ ਦੀ ਗੱਲ ਤੇ ਬਹੁਤ ਦੂਰ ਦੀ ਹੈਗੀ ਹੈ। ਠੀਕ ਹੈ। ਆਓ ਅੱਗੇ ਚਲੀਏ। ਇਹ ਬੱਚੋ ਤੁਹਾਡਾ ਆਖਰੀ ਆ ਗਿਆ, ਸਾਡਾ ਪਾਰਟ 1 ਖਤਮ ਹੋ ਜਾਏਗਾ। ਇਹ ਦੇਖੋ, ਇਹ ਬਿਲਡਿੰਗ ਹੈਗੀ ਹੈ, ਇਹ ਉੱਚੀ ਬਿਲਡਿੰਗ ਹੈ, ਇਹ ਮੈਟਲ ਦੀ ਰੋਡ, ਇਹ ਦੇਖੋ ਥੱਲੇ ਕਾਪਰ ਦੀ ਪਲੇਟ ਹੈਗੀ ਹੈ, ਕਾਪਰ ਦੀ ਪਲੇਟ ਵਿੱਚ ਮੈਟਲ ਦੀ ਜਿਹੜਾ ਪਾਈਪ ਹੈਗਾ, ਰੋਡ ਹੈਗੀ ਹੈ, ਇਹ ਥੱਲਿਓਂ ਜ਼ਮੀਨ 'ਚੋਂ ਨਿਕਲੀ ਤੇ ਬਿਲਡਿੰਗ ਦੀ ਕੰਧ ਦੇ ਨਾਲ ਨਾਲ ਗਈ, ਵਿੱਚੋਂ ਦੀ ਪਲਸਤਰ ਦੇ ਵਿੱਚ, ਤੇ ਉੱਤੇ ਚੱਕ ਦਿੱਤੀ ਹਵਾ ਵਿੱਚ। ਇਹ ਬਣ ਗਿਆ ਲਾਈਟਨਿੰਗ ਕੰਡਕਟਰ। ਹੁਣ ਜਦੋਂ ਬੱਚੋ ਬਿਜਲੀ ਪਏਗੀ, ਇਹ ਬਿਲਡਿੰਗ ਦੇ ਪਏਗੀ, ਪਰ ਬਿਜਲੀ ਨੇ ਕੀ ਦੇਖਣਾ ਵੀ ਮੈਨੂੰ ਸੌਖਾ ਰਾਹ ਕਿਹੜਾ ਹੈ? ਉਹਦੇ ਲਈ ਇਹ ਮੈਟਲ ਦੀ ਰੋਡ ਸੌਖਾ ਰਾਹ ਹੈ। ਸੋ ਬਿਜਲੀ ਬੜੇ ਆਰਾਮ ਦੇ ਨਾਲ, ਬੜੀ ਤੇਜ਼ੀ ਦੇ ਨਾਲ ਇੱਥੋਂ ਦੀ ਧਰਤੀ ਵਿੱਚ ਚਲੀ ਜਾਏਗੀ, ਤੇ ਜਿਹੜੀ ਬਿਲਡਿੰਗ ਹੈ ਇਹ ਪੂਰੀ ਮਹਿਫੂਜ਼, ਇੱਕੋ ਦਮ ਸੁਰੱਖਿਅਤ ਰਹੇਗੀ, ਇਹਦਾ ਵਾਲ ਵੀ ਵਿੰਗਾ ਨਹੀਂ ਹੋਏਗਾ। ਸੋ ਦਿਸ ਇਜ਼ ਦੀ ਪਰਪਜ਼ ਆਫ ਲਾਈਟਨਿੰਗ ਕੰਡਕਟਰ। ਸੋ ਜਦੋਂ ਵੀ ਬਹੁ ਮੰਜ਼ਲੀਆਂ ਇਮਾਰਤਾਂ ਬਣਾਈਆਂ ਜਾਂਦੀਆਂ ਬੱਚੋ, ਤੁਸੀਂ ਦੇਖੋ, ਤੁਸੀਂ ਜਿਹੜੇ ਪੱਠੇ ਬਣੇ ਹੁੰਦੇ ਨੇ ਜਾਂ ਮਿੱਲਾਂ ਹੁੰਦੀਆਂ ਨੇ, ਉਹਨਾਂ ਉੱਤੇ ਨਾ ਕਿੱਦਾਂ ਰੋਡ ਨਿਕਲੀ ਹੁੰਦੀ, ਉੱਤੇ ਤ੍ਰਿਸ਼ੂਲ ਬਣਿਆ ਹੁੰਦਾ, ਜਾਂ ਕਿਸੇ ਨੇ ਖੰਡਾ ਲਾਇਆ ਹੁੰਦਾ, ਕਿਸੇ ਨੇ ਉੱਦਾਂ ਹੀ ਇੱਦਾਂ 2-3 ਰੋਡਾਂ ਨਿਕਲੀਆਂ ਹੁੰਦੀਆਂ। ਅਸਲ ਵਿੱਚ ਇਹ ਕੀ ਹੁੰਦਾ ਹੈ? ਇਹ ਹੋਰ ਕੁਛ ਨਹੀਂ ਹੁੰਦਾ ਬੱਚੋ, ਇਹ ਲਾਈਟਨਿੰਗ ਕੰਡਕਟਰ ਹੀ ਹੁੰਦਾ ਹੈ, ਤਾਂ ਕਿ ਜਦੋਂ ਬਿਜਲੀ ਡਿਗੇ, ਬਿਜਲੀ ਇਹ 'ਚੋਂ ਚਲੀ ਜਾਏ, ਤੇ ਜਿਹੜਾ ਪੱਠਾ ਬਣਿਆ ਹੈ, ਮਿੱਲ ਬਣੀ ਹੈ ਜਾਂ ਵੱਡੀ ਬਿਲਡਿੰਗ ਹੈ, ਉਹਨੂੰ ਨੁਕਸਾਨ ਨਾ ਹੋਵੇ। ਸੋ ਪਿਆਰੇ ਵਿਦਿਆਰਥੀਓ, we come to end with this slide of this video।
इन्ना तुहाडा कीवर्ड्स पार्ट 1 खत्म हो गया है, जिह 'च असीं लाइटनिंग की गल कीती, चार्जिस की गल कीती। अगले पार्ट विच वी विल टॉक अबाउट दी अर्थक्वेक्स, ठीक है। तो वो उस पार्ट दे नाल साडा ਇਹ वाला चैप्टर जिहड़ा है वो समाप्त हो जाएगा। तो तुसीं इसी तरह डट के मेहनत दे नाल, अनुशासन दे नाल ते निरंतरता दे नाल अपनी पढ़ाई करते रहो। अगले वीडियो तक ਲਈ गुड बाय। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।